ਇਹਨਾਂ ਨੇ ਵੀ ਬਾਹਰ ਨਹੀਂ ਜਾਣੇ ਚਾਹੀਦੇ ਲੋਕ ਜਿਹੜੇ ਡਾਕਟਰ ਸ਼ੌਕ ਫ੍ਰੀ ਕੋਚਿੰਗ ਫॉर ਆਇਲਸ ਟੋਫਲ ਪੰਜਾਬ ਦੇਗਾ ਬਾਹਰ ਜਾਣ ਲਈ ਬੱਚਿਆਂ ਨੂੰ ਐਜੂਕੇਸ਼ਨ ਲੋਨ ਦੇਾਂਗੇ ਇਫ ਦ ਸਟੇਟ ਗਵਰਨਮੈਂਟ ਇਟਸੈਲਫ ਇਜ਼ ਇਨਕਰੇਜਿੰਗ ਹਾਂਜੀ ਜਾਓ ਬਾਹਰ ਵੀ ਵਿਲ ਹੈਲਪ ਯੂ then he is the in charge not a double standard ਮੇਰੀ ਇੱਕ ਕੰਸਰਨ ਮੈਨੀਫੈਸਟੋ ਤੇ ਆਲਣ ਸਾਰੀਆਂ ਗੱਲਾਂ ਇੱਥੇ ਪਹੁੰਚਦੇ ਤੁਹਾਡੀ ਪਾਰਟੀ ਦਾ ਹੀ ਡਿਫਰੈਂਟ ਸਟੈਂਡ ਹੈ ਨਾ ਉਹ ਭਾਈ ਇੱਕ ਮਿੰਟ ਉਹ ਸਿੱਖਿਆ ਦੀ ਗੱਲ ਕਰ ਇੱਕ ਨੰਬਰ 1 ਨੰਬਰ 2 ਮੈਡਮ देयर आर so many differences when it comes to opinions ਜਿਹੜਾ 23000 ਕਰੋੜ ਰੁਪਏ ਉਹ ਕਹਿ ਰਹੇ ਆ 25000 ਕਰੋੜ ਰੁਪਏ ਉਹ ਇਸੇ ਕਰਕੇ ਗਿਆ the decision will be taken here we'll take that decision with consensus ਪਿਆਰ ਨਾਲ ਮੁਹੱਬਤ ਨਾਲ ਥੈਂਕ ਯੂ ਚਲੋ ਜੀ ਦੇਣਗੇ ਸਵਾਲ ਉੱਤਰ ਤੁਸੀਂ ਮੈਨੂੰ ਪੁੱਛਦੇ ਰਹੋ ਅੱਜ ਦਾ ਦਿਨ ਇਹਨਾਂ ਨੂੰ ਤਾਂ ਬਹੁਤ ਸਵਾਲ ਸੀ ਪੁੱਛਦੇ ਸੁਪਰੀਮ ਕੋਰਟ ਨੇ ਸੈਕਸ਼ਨ ਪਾਸ ਕੀਤੀ ਹੈ ਰਿਗਾਰਡਿੰਗ ਵਾਅਦੇ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਝੂਠੇ ਵਾਅਦੇ ਨਹੀਂ ਕੀਤੇ ਜਾਣੇ ਚਾਹੀਦੇ ਹਾਂਜੀ ਸੁਪਰੀਮ ਕੋਰਟ ਨੇ ਅੱਜ ਇਲੈਕਸ਼ਨ ਕਮਿਸ਼ਨ ਨੂੰ ਸੈਕਸ਼ਨ ਪਾਸ ਕੀਤੀ ਹੈ ਝੂਠੇ ਵਾਅਦੇ ਵਿੱਚ ਪਾਰਟੀਆਂ ਕਰਦੀ ਹੈ ਉਹਨਾਂ ਦੇ ਚੋਣ ਜਿਹੜੇ ਮੈਨੀਫੈਸਟੋ ਜਾਂ ਪਾਰਟੀ ਦੇ ਸਿੰਬਲ ਕੈਂਸਲ ਕੀਤਾ ਜਾਵੇ ਜਾਂ ਜਿੰਨੇ ਹੋਰ ਉਹਨਾਂ ਦੀ ਕੈਂਸਲੇਸ਼ਨ ਕੀਤੀ ਜਾਣ ਸਾਰੀ ਨਹੀਂ that is a notice on freebies bro ਉਹ ਤਾਂ freebies ਦੇ ਉੱਤੇ ਨੋਟਿਸ ਹੈਗਾ ਉਹ ਲੋਕਾਂ ਦਾ ਬਹੁਤ ਅਸੀਂ ਮੇਰੀ ਗੱਲ ਸੁਣ ਇੱਕ ਮਿੰਟ ਵੇਖੋ ਇੰਨੀ ਵੈਲ ਇੱਕ ਮੇਰੀ ਗੁਜ਼ਾਰਿਸ਼ ਸੁਣ ਲਓ ਫॉर गॉड ਸੇਕ ਫॉर द ਵੈਲਫੇਅਰ ਆਫ ਪੰਜਾਬ ਇੱਕ ਬੰਦਾ ਇੱਕ ਕਿਰਪਾ ਕਰਕੇ ਸਾਡੀ ਇੰਟੈਂਸ਼ਨ ਤੇ ਕੁਐਸਚਨ ਮਾਰਕ ਨਾ ਸਰ ਸਾਡਾ ਕੁਐਸਚਨ ਸਿੱਧੂ ਸਾਹਿਬ ਨਹੀਂ ਅੱਜ ਭਾਜੀ ਹੈਡ ਚਲੋ ਸਿੱਧੂ ਸਾਹਿਬ ਨੂੰ ਪੁੱਛੋ ਮੈਂ ਅੱਜ ਮੈਨੀਫੈਸਟੋ ਹੈਡ ਹੋਣੇ ਅੱਜ ਉਹਨਾਂ ਨੂੰ ਪੁੱਛੋ ਹਾਂ ਦੱਸੋ ਸਿੱਧੂ ਸਾਹਿਬ ਨੇ ਇਹ ਰਿਸਰਚ ਕਰਕੇ ਇਹ ਫਾਰਮੂਲੇ ਅੱਗੇ ਰੱਖੇ ਨੇ ਕੀ ਇਹ ਸਰਚ ਇਹਨਾਂ ਦੀ ਰਿਸਰਚ ਕੀ ਜਾਂ ਫਿਰ ਹਾਈ ਕਮਾਂਡ ਦੇ ਨਾਲ ਕੋਈ ਸਲਾਹ ਮਸ਼ਵਰਾ ਹੋਇਆ ਮੈਂ ਕਿਹਾ ਕਿਸੇ ਦੀ ਅੰਬ ਖਾਓ ਯਾਰ ਗੁੱਟਰੀਆਂ ਤੋਂ ਕੀ ਲੈਣਾ ਸਿੱਧੂ ਸਾਹਿਬ ਗੱਲ ਕਰ ਹੱਦ ਹੋ ਗਈ ਯਾਰ ਦੇਖੋ ਇੱਕ ਮਿੰਟ ਮੇਰੀ ਬੇਨਤੀ ਸੁਣ ਇੱਕ ਮਿੰਟ ਇੱਕ ਛੋਟੇ ਵੀ 2 ਮਿੰਟ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਸੁਣ ਪਾਰਟੀ ਪ੍ਰਧਾਨ ਦਾ ਬਹੁਤ ਵੱਡਾ ਦਾਇਤਵ ਹੁੰਦਾ ਹੈ ਇੱਕ ਜ਼ਿੰਮੇਵਾਰੀ ਹੁੰਦੀ ਹੈ ਪਾਰਟੀ ਪ੍ਰਧਾਨ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੀ ਇਜ਼ ਡਨ ਅ ਗੁੱਡ ਟਾਸਕ ਜੇ ਆਪਾਂ ਰਿਸਰਚ ਹੀ ਨਾ ਕਰਦੇ ਤਾਂ ਲੋਕਾਂ ਨੂੰ ਇਹ ਲੀਡਰਸ਼ਿਪ ਕੀ ਦੇਣੀ ਹੈ ਹੀ ਇਜ਼ ਡਨ ਅ ਗੁੱਡ ਰਿਸਰਚ ਵੀ ਆਰ ਡੂਇੰਗ ਆਵਰ ਓਨ ਰਿਸਰਚ ਇਹਦੀ ਵੈਟਿੰਗ ਵੀ ਹੋਣੀ ਹੈ ਅਜੇ ਇਹ ਨਹੀਂ ਹੋਣਾ ਕਿ ਮੈਂ ਕੀ ਕਹਿਤਾ ਇਹਨਾਂ ਨੇ ਕੀ ਕਹਿਤਾ ਤੇ ਸਾਰਾ ਕੰਮ ਸਿਰੇ ਚੜ ਗਿਆ ਇਹਦੀ ਵੈਟਿੰਗ ਵੀ ਗਵਰਨਮੈਂਟ ਆਫ ਸਾਡੀ ਜਿਹੜੀ ਸੈਂਟਰਲ ਪਾਰਟੀ ਹੈ ਜਿਹਦੇ ਵਿੱਚ ਇੰਨੇ ਵੈਟਰਨਸ ਨੇ ਡਾਕਟਰ ਸਾਹਿਬ ਨੇ ਐਂਟਨੀ ਸਾਹਿਬ ਨੇ ਚਿਦੰਬਰਮ ਸਾਹਿਬ ਨੇ 3 ਬੰਦਿਆਂ ਕੋ ਜਾਏਗਾ ਤੁਹਾਡੀ ਗੱਲ ਤੋਂ ਇਹ ਸਮਝ ਲਈਏ ਕਿ ਹਾਈ ਕਮਾਂਡ ਨੇ ਸਿੱਧੂ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿਹੜੀ ਚੀਜ਼ ਦੀ ਨਹੀਂ ਯਾਰ ਛੋਟੇ ਵੇਖੋ ਤੁਸੀਂ ਸ਼ਰਾਰਤਾਂ ਦੇ ਸਵਾਲ ਨਾ ਕਰੋ ਇਹ ਬਹੁਤ ਗੰਭੀਰ ਨਹੀਂ ਛੋਟੇ ਮਸਲਾ ਭਾਈ ਹੈ ਨਹੀਂ ਕੋਈ ਨਹੀਂ ਤੇਰਾ ਸਵਾਲ ਠੀਕ ਹੈ ਯਾਰ ਉੱਤਰ ਆ ਗਿਆ ਸਵਾਲ ਠੀਕ ਵਧੀਆ ਹੈ ਸਵਾਲ ਸਿੱਧੂ ਸਾਹਿਬ ਕੱਲ ਕੈਪਟਨ ਸਾਹਿਬ ਦਾ ਕਹਿਣਾ ਸੀ ਕਿ ਇਮਰਾਨ ਖਾਨ ਨੇ ਸਿਫਾਰਿਸ਼ ਕੀਤੀ ਸੀ ਤੁਹਾਡੀ ਕੀ ਕਹੋਗੇ ਸਰ ਇਹਦਾ ਪੰਜਾਬ ਦੀ ਪ੍ਰਗਤੀ ਨਾਲ ਕੀ ਕੰਸਰਨ ਹੈ ਨਾਲੇ ਉਹ 5 ਸਾਲ ਬਾਅਦ ਸੁੱਤਾ ਉੱਠਿਆ ਮੈਂ ਕਹਿੰਦਾ ਉਹਨੂੰ ਅੰਮ੍ਰਿਤਸਰ ਲਿਜਾਓ ਤਾਰਾਂ ਤੂਰਾਂ ਲਵਾਓ ਥੋੜਾ ਐ ਕਰੇ ਮਾੜਾ ਮੋਟਾ ਠੀਕ ਹੋ ਜਾਊਗਾ ਯਾਰ ਬਸ ਕਰ ਯਾਰ ਤੂੰ ਇੱਕ ਮਿੰਟ ਕੋਈ ਹੋਰ ਕੋਈ ਗੱਲ ਹੈ ਤੇ ਕਰੀਏ ਨਹੀਂ ਤੇ ਅਗਲਾ ਸਵਾਲ ਹੈ ਕੋਈ ਥੋੜਾ ਜਿਹਾ ਪਲੀਜ਼ ਸਰ ਜਿਹੜਾ ਹੁਣ ਤੁਸੀਂ ਇੱਕ ਆਪਣਾ ਵਿਜ਼ਨ ਪੇਸ਼ ਕੀਤਾ ਇਹਦੇ ਵਿੱਚ ਤੁਸੀਂ ਕਿਹਾ ਕਿ ਅਸੀਂ ਵੂਮਨ ਪਾਵਰਮੈਂਟ ਦੀ ਗੱਲ ਕੀਤੀ ਲੇਕਿਨ ਜਦੋਂ ਤੁਸੀਂ ਟਿਕਟਾਂ ਦਿੰਦੇ ਉਹਦੇ ਵਿੱਚ ਤੁਹਾਡਾ ਅੰਕੜਾ ਕੱਢੀਏ ਤਾਂ 10% ਵੀ ਨਹੀਂ ਬੈਠਦਾ ਤਾਂ ਕਿਆ ਟਿਕਟਾਂ ਦੇ ਵਿੱਚ ਤੁਸੀਂ ਪਾਵਰਮੈਂਟ ਨਹੀਂ ਦੇਖਦੇ ਭਾਜੀ ਇਹਨਾਂ ਨੂੰ ਇਹ ਦੱਸੋ ਚਲ ਮੈਂ ਹੀ ਦੱਸ ਦਿੰਦਾ ਔਨ ਬਿਹਾਫ ਆਫ ਭਾਜੀ ਕਿ ਭਾਈ ਸੋਨੀਆ ਜੀ ਦੀ ਇੱਕ ਵਿਜ਼ਨ ਸੀ ਅਸੀਂ ਉਹ ਥੱਲੋਂ ਸ਼ੁਰੂ ਕੀਤੀ ਹੈ ਔਰ 50% ਅਸੀਂ ਮਿਊਨਿਸਪੈਲਿਟੀਜ਼ ਦੇ ਵਿੱਚ ਔਰਤਾਂ ਨੂੰ ਜਗ੍ਹਾ ਦਿੱਤੀ ਹੈ ਤੁਸੀਂ ਐਵੋਲੀ ਦੇਖੋ ਨਾ ਯਾਰ ਹੌਲੀ ਹੌਲੀ ਐਵੋਲੂਸ਼ਨ ਦੇ ਨਾਲ ਪ੍ਰਿਯੰਕਾ ਜੀ ਨੇ ਜੋ ਅਨਾਉਂਸਮੈਂਟ ਕੀਤੀ ਉਹ 40% ਤੇ ਆ ਗਈ ਹੈ ਹੌਲੀ ਹੌਲੀ ਵਿਦ ਦੀ ਪੈਸੇਜ ਆਫ ਟਾਈਮ ਹੁਣ ਦੇਖੋ ਪੰਚਾਇਤੀ ਰਾਜ ਦੀ ਗੱਲ ਕੀਤੀ ਹੈ ਉਹ ਰਾਜੀਵ ਜੀ ਦੀ ਵਿਜ਼ਨ ਹੈ ਪੂਰੇ 12,500 ਪਿੰਡਾਂ ਦੀ ਤਾਕਤ ਉਹਨਾਂ ਨੂੰ ਵਾਪਸ ਦਿੱਤੀ ਜਾਏਗੀ ਪਾਵਰ ਡੀਸੈਂਟਰਲਾਈਜ਼ ਕੀਤੀ ਜਾਏਗੀ ਉਹਨਾਂ ਦੀ ਸਾਰੀ ਤਾਕਤ ਲੈ ਕੇ ਇੱਕ ਕਮਰੇ 'ਚ ਰੱਖ ਲੈਣੀ ਤੇ ਇੱਕ ਮੁੱਖ ਮੰਤਰੀ ਕੋ ਦੇ ਦੇਣੀ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਕਈ ਸਰਪੰਚਾਂ ਨੂੰ ਨੋਮੀਨੇਟ ਕਰਨ ਲਈ 5-5 ਲੱਖ ਰੁਪਏ ਲਿੱਤੇ ਜਾਂਦੇ ਥੈਰਫੋਰ ਭਾਵੇਂ ਉਹਨਾਂ ਦੀ ਤਾਕਤ ਹੋਵੇ ਭਾਵੇਂ ਮਿਊਨਿਸਪਲ ਕਮੇਟੀਆਂ ਦੀ ਤਾਕਤ ਹੋਵੇ ਛੋਟੇ ਛੋਟੇ ਕਸਬਿਆਂ ਦੀ ਮਿਊਨਿਸਪਲ ਕਮੇਟੀਆਂ ਨੇ 11 ਟੈਕਸਸ ਲੈਵੀ ਕਰ ਸਕਦੀਆਂ ਨੇ ਆਤਮ ਨਿਰਭਰ ਸੰਸਥਾਵਾਂ ਨੇ ਗਵਰਨਮੈਂਟਸ ਵਿਦਿਨ ਦੀ ਗਵਰਨਮੈਂਟ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਲੋਕਲ ਸੈਲਫ ਗਵਰਨਮੈਂਟ ਦਾ ਭਾਜੀ ਵੀ ਰਹੇ ਹੋਣੇ ਲੋਕਲ ਸੈਲਫ ਗਵਰਨਮੈਂਟ ਦਾ ਮਿਨਿਸਟਰ ਹੁੰਦਾ ਹੈ ਚੀਫ ਮਿਨਿਸਟਰ ਦੇ ਨਾਲ ਫੋਟੋ ਲੱਗਦੀ ਉਹਦੀ ਇਟਸ ਅ ਗਵਰਨਮੈਂਟ ਵਿਦਿਨ ਦਾ ਗਵਰਨਮੈਂਟ ਦੇਅਰਫੋਰ ਹੌਲੀ ਹੌਲੀ ਜਿਹੜਾ ਵਿਮਨਸ ਬਿੱਲ ਵੀ ਹੈ ਸੋਨੀਆ ਮੈਨ ਬਾਰ-ਬਾਰ ਰੀਟਰੇਟ ਕਰਦੀ ਹੈ ਕਿ ਅਸੀਂ ਜਿੱਦਣ ਸਰਕਾਰ 'ਚ ਆ ਗਏ
ਅਸੀਂ ਉਹ ਵਿਮਨ ਇੰਪਾਵਰਮੈਂਟ ਵਾਲਾ ਬਿੱਲ ਪਾਸ ਕਰਾਂਗੇ ਫਟਦੇ ਨੇ। Therefore we have stood for this, even the women empowerment ਵਾਲਾ ਜਿਹੜਾ ਇਹਦੇ ਵਿੱਚ ਉਹ ਹੈ, we are investing in the future generation, in their education, making them part and parcel of the economy. Therefore it is not a hoax and just an election promise that we are making. ਇਹਦਾ ਕੀ ਸਵਾਲ ਹੈ ਇਹਦੇ ਨਾਲ? ਇਹਦਾ ਦੱਸੋ ਮੈਨੀਫੈਸਟੋ ਨਾਲ ਕੋਈ ਕਨੈਕਸ਼ਨ ਹੈ? ਤਾਂ ਹੀ ਤਾਂ ਮੈਂ ਕਹਿ ਰਿਹਾ ਛੋਟੇ ਭਾਈ, ਥੋੜਾ ਜਿਹਾ ਪੰਜਾਬ ਤੁਸੀਂ ਉਧਰ ਨੂੰ ਲੈ ਜਾਓਗੇ ਯਾਰ, ਬਸ ਕਰ ਮੈਡਮ। ਤੁਸੀਂ ਔਨ ਯੋਰ ਰეკਮੈਂਡੇਸ਼ਨ ਡੀਜੀਪੀ ਚਟੋਪਾਧਿਆਏ ਜੀ ਵਾਸ ਅਪਾਇੰਟਡ, ਬਟ ਉਹਨਾਂ ਦੀ ਦੇਅਰਸ ਅ ਆਡੀਓ ਲੀਕ, ਉਹਦੇ ਚ ਪੀਓ ਇਜ਼ ਸਿਟਿੰਗ ਐਟ ਦਿਸ ਪਲੇਸ ਤੇ ਉਹਨਾਂ ਦੇ ਸ਼ਹਿਰ ਤੇ ਜੋ ਵੀ ਅਪਾਇੰਟਮੈਂਟਸ ਹੋਈਆਂ ਵਿਚ ਇਜ਼ ਔਨ ਰਿਕਾਰਡ ਨਾਓ। ਮੈਡਮ, ਵਾਟ ਡੂ ਯੂ ਸੇ? ਇਟ ਇਜ਼ ਅ ਸਿੰਪਲ ਰਿਕੁਐਸਟ। ਬੜੇ ਸਾਲ ਲੱਗੇ ਮੈਨੂੰ ਇਹ ਕੁਝ ਕਰਦੇ ਹੋਏ, ਭਾਜੀ ਕੋਲ ਪਹੁੰਚਾਉਂਦੇ ਹੋਏ, ਤੁਹਾਡੇ ਤੱਕ ਪਹੁੰਚਾਉਂਦੇ ਹੋਏ। ਅੱਜ ਦਾ ਦਿਨ ਤੁਸੀਂ ਇੱਥੇ ਹੀ ਰਹੋ ਮੈਨੀਫੈਸਟੋ ਤੱਕ ਹੀ ਪਲੀਜ਼, ਇਟਸ ਅ ਰਿਕੁਐਸਟ, ਯੂ ਆਰ ਲਾਈਕ ਅ ਯੰਗਰ ਸਿਸਟਰ। ਤੁਹਾਡੇ ਮੈਨੀਫੈਸਟੋ 'ਚ ਤੁਸੀਂ ਕਿਹਾ ਕੈਪਟਨ ਅਮਰਿੰਦਰ ਸਿੰਘ 75-25 ਅੱਟੀ ਸੱਟੀ ਬੱਟੀ ਜੋ ਵੀ ਕਿਹਾ, ਮੈਨੂੰ ਦੱਸੋ ਜਦੋਂ ਸਰਕਾਰ ਬਣੇਗੀ ਕੀ ਇਹ ਜਿਹੜਾ ਲੁੱਟਿਆ ਮਾਫੀਆ ਨੇ ਵਿਦ ਦਾ ਕੈਪਟਨ ਅਮਰਿੰਦਰ ਸਿੰਘ, ਯੂ ਵਿਲ ਗੋ ਫॉर ਪ੍ਰੋਬ ਐਂਡ ਯੂ ਵਿਲ ਟੇਕ ਦ ਸੀਰੀਅਸ? ਇੱਕ ਮਿੰਟ, ਬੜੀ ਸਿੱਧੀ ਜੀ ਗੱਲ ਆਪਾਂ ਕਰੀਏ। ਮੈਂ ਕਿਉਂ ਕਿਹਾ? ਕਿਉਂਕਿ 4 ਸਾਲ ਬਾਅਦ ਬੰਦਾ ਉੱਠ ਕੇ ਕਹੀ ਜਾਂਦਾ ਹੈ ਕਿ ਮੇਰੇ ਟਾਈਮ ਦੇ ਵਿੱਚ ਸੈਂਡ ਮਾਈਨਿੰਗ ਮਾਫੀਆ ਸੀ ਤੇ ਤੂੰ ਸੁੱਤਾ ਪਿਆ ਸੀ। ਮੁਖੀਆ ਹੋਣ ਦੇ ਨਾਤੇ what did you do? It was happening under your nose, or were you part and parcel? See, it's a simple thing ਕਿ ਜਦੋਂ ਤੁਸੀਂ ਉਦੋਂ ਸੁੱਤੇ ਨਹੀਂ ਜਾਗੇ ਔਰ ਤੁਸੀਂ ਅੱਜ ਇਹ ਜਿਹੇ ਸਵਾਲ ਕਰਦੇ ਹੋ, ਮੈਂ ਕਹਿੰਦਾ ਕਿਉਂ ਮਰੇ ਨੂੰ ਮਾਰਨਾ ਖਤਮ ਹੋ ਗਿਆ ਯਾਰ, ਚੱਲਿਆ ਕਰ। ਕਾਰਵਾਈ ਕਰੋਗੇ? ਇੱਕ ਮਿੰਟ ਯਾਰ, ਬਿਲਕੁਲ ਗੱਲ ਕਿਉਂ ਨਹੀਂ ਕਰਾਂਗੇ? ਜੇ ਕਾਰਵਾਈ ਨਹੀਂ ਕਰਾਂਗੇ, ਪਹਿਲੀ ਗੱਲ ਤੇ ਛੋਟੇ ਭਾਈ ਤੂੰ ਇਸ ਗੱਲ ਨੂੰ ਸਮਝ ਲੈ ਕਿ ਇਹ ਸਿਸਟਮ ਹੀ ਐਸਾ ਹੈ, ਜਦੋਂ ਤੁਸੀਂ ਇਹਨੂੰ ਸੈਟਅਪ ਕਰੋਗੇ ਔਰ ਉੱਤੇ ਸਹੀ ਬੰਦਾ ਲਿਆਓਗੇ ਤੇ ਚੋਰੀ ਹੋਣੀ ਨਹੀਂ। ਸਰ ਸਵਾਲ ਚੋਰੀ ਕਰ ਹੀ ਨਹੀਂ ਸਕਦਾ ਕੋਈ। ਪਹਿਲੀ ਗੱਲ ਤੇ ਮੈਂ, ਸਵਾਲ ਮੇਰਾ ਹੋਰ ਹੈ, ਤੁਸੀਂ ਕਲੀਅਰ ਐਲੀਗੇਸ਼ਨ ਅਗਰ ਕੋਈ ਪ੍ਰੂਫ ਹੋਏਗਾ, ਲੈਟ ਮੀ ਕੰਪਲੀਟ। ਤੁਸੀਂ, ਮੇਰਾ ਸਵਾਲ ਹੈ, ਤੁਸੀਂ ਕਲੀਅਰ ਐਲੀਗੇਸ਼ਨ ਲਗਾਏ 75-25 ਮਾਫੀਆ ਦੇ ਨਾਲ ਗੱਠਜੋੜ, ਫਿਰ ਇਨਵੈਸਟੀਗੇਸ਼ਨ ਔਰ ਉਹਨਾਂ ਤੇ ਬਾਅਦ ਦੇ ਵਿੱਚ ਕਿਉਂ ਉਹਨਾਂ ਦੇ ਖਿਲਾਫ ਇਨਕੁਆਇਰੀ ਹੋਈ? ਵਾਈ ਦਾ ਵਾਟ there is no reason, everything will be proved। ਐਵਰੀਥਿੰਗ ਤੇ ਜਿਹੜਾ ਬੰਦਾ ਪੰਜਾਬ ਦਾ ਦੋਖੀ ਨਿਕਲਿਆ ਠੋਕਾਂਗੇ। ਸਰ ਕਾਂਗਰਸ ਦੇ ਪੋਸਟਰ ਤੇ 3 ਫੋਟੋਆਂ ਨੇ, ਬਾਜਵਾ ਸਾਹਿਬ ਦੀ ਫੋਟੋ। ਮੈਂ ਕਹਿੰਦਾ ਯਾਰ ਇੱਕ ਮਿੰਟ, ਜੇ ਬਾਜਵਾ ਸਾਹਿਬ ਦੀ ਵੀ ਲੱਗੀ ਹੁੰਦੀ ਤੇ 4 ਬੰਦਿਆਂ ਦਾ ਸਵੈੰਬਰ ਹੋ ਜਾਂਦਾ। ਦੇਖਿਆ ਨਾ ਸਵੈੰਬਰ ਹੁੰਦਾ। ਮੇਰੀ ਤੇ ਬਾਹਰ ਹੀ ਰਹਿਣ ਤੋਂ ਮੈਂ ਚੰਗਾ ਬੋਲ। ਯੂ ਆਰ ਸੇਇੰਗ ਕਿ ਨਹੀਂ ਹੋਣਾ। ਕੱਲ ਪੰਜਾਬ ਦੀ ਬਾਹਰਲੇ ਦੇਸ਼ਾਂ ਜਾ ਰਹੀ। ਮੈਨੂੰ ਇਸ ਗੱਲ ਦਾ ਨਵਜੋਤ ਜੀ ਵੱਡਾ ਖਦਸ਼ਾ ਹੈ ਕਿ ਜੇ ਇਹੀ ਕੰਮ ਚੱਲਦਾ ਰਿਹਾ 30 ਸਾਲਾਂ ਤੱਕ ਪੰਜਾਬ ਦੇ ਵਿੱਚ ਘੱਟ ਗਿਣਤੀ 'ਚ ਹੋ ਜਾਣ। ਰਹਿਣ ਜੋ ਉਹ ਬਾਹਰਲਾ ਬੰਦਾ ਆ ਕੇ ਪੰਜਾਬ ਦੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਰਾਜ ਕਰਦਾ ਰਿਹਾ, ਇਹ ਉਹ ਰਾਜ ਕਰਨਗੇ। ਸਾਨੂੰ ਇਹਨੂੰ ਰੋਕਣ ਦੀ ਲੋੜ। ਅਸੀਂ ਰੋਕ ਤਾਂ ਪਾਵਾਂਗੇ ਜੇ ਅਸੀਂ ਇੱਥੇ ਓਨੈਸਟ ਅਪਰਾਈਟ ਐਡਮਿਨਿਸਟ੍ਰੇਸ਼ਨ ਦੇ ਜੇ ਰਿਫਾਰਮਸ ਲੈ ਕੇ ਆਵਾਂ। ਜੇ ਤੁਸੀਂ ਚੇਂਜ ਲੈ ਕੇ ਆਣਾ ਚਾਹੋ ਤੇ ਆ ਸਕਦੀ ਹੈ, ਤਾਂ ਅਸੀਂ ਲੈ ਕੇ ਆਵਾਂ। ਮੈਂ ਇਸ ਗੱਲ ਦਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਾਡੇ ਇਹ ਜਿਹੜਾ ਮੈਨੀਫੈਸਟੋ ਆਏਗਾ, ਇਹ ਹਮੇਸ਼ਾ ਵਾਸਤੇ ਪੰਜਾਬ ਦੀ ਤਕਦੀਰ, ਇਹਦੀ ਜਿਹੜੀ ਸ਼ਕਲ ਹੈ ਉਹ ਬਦਲ ਕੇ ਰੱਖ ਦੇ। ਤੋ ਇਹ ਤੁਹਾਨੂੰ ਅਸੀਂ ਪ੍ਰੋਮਿਸ ਕਰਨੇ ਆ। ਬਾਕੀ ਮੇਰੀ ਗੱਲਬਾਤ ਚੀਫ ਮਿਨਿਸਟਰ ਨਾਲ ਵੀ ਹੋ ਚੁੱਕੀ ਹੈ, ਚਰਨਜੀਤ ਸਿੰਘ ਚੰਨੀ ਜੀ ਨਾਲ, ਪ੍ਰਧਾਨ ਜੀ ਨਾਲ ਵੀ ਹੋ ਚੁੱਕੀ ਹੈ। ਬਹੁਤ ਸਾਰੇ ਸਟੇਕ ਹੋਲਡਰਸ ਜਿਹੜੇ ਉਹਨਾਂ ਨਾਲ ਅਸੀਂ ਗੱਲ ਕਰ ਲਈ ਹੈ। ਇਹ ਜਿਹੜਾ ਮੈਨੀਫੈਸਟੋ ਹੋਏਗਾ, ਇਹਦੇ ਤੇ ਸਮੁੱਚਾ ਪੰਜਾਬੀ ਜਗਤ ਜਿਹੜਾ ਇਸ ਤੋਂ ਖੁਸ਼ ਵੀ ਹੋਏਗਾ, ਪ੍ਰਾਊਡ ਵੀ ਹੋਏਗਾ। ਅਸੀਂ ਹਰ ਸੈਕਸ਼ਨ ਇਮਾਨਦਾਰੀ ਨਾਲ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਉਹ ਗੱਲ ਕਰਾਂਗੇ ਜਿਹੜੀ ਅਸੀਂ ਨੇਪਰੇ ਚਾੜ ਸਕਣ। ਕੋਈ ਇੱਥੇ ਇਹੋ ਜਿਹਾ ਪ੍ਰੋਮਿਸ ਨਹੀਂ ਕੀਤਾ ਜਾਏਗਾ ਜਿਹੜਾ ਆਉਂਦੇ ਟਾਈਮ 'ਚ ਗਲਤ ਸਾਬਤ ਹੋਏਗਾ। ਪੰਜਾਬ ਬਦਲੇਗਾ, ਪੰਜਾਬ ਦੀ ਤਸਵੀਰ ਬਦਲੇਗੀ, ਪੰਜਾਬ ਦੀ ਸ਼ਕਲ ਬਦਲੇਗੀ। ਇਹੀ ਟੀਚਾ ਇਸ ਟਾਈਮ ਸਾਡੀ ਸਾਰੀ ਕਾਂਗਰਸ ਦੀ ਲੀਡਰਸ਼ਿਪ ਦਾ। ਤੋਂ ਇੰਨਾ ਹੀ ਕਹਿੰਦੇ ਹੋਏ ਮੈਂ ਤੁਹਾਨੂੰ ਯਕੀਨ ਦਿਵਾਨਾ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਕਾਂਗਰਸ ਦਾ ਮੈਨੀਫੈਸਟੋ ਹੋਏਗਾ, ਉਹ ਹਰ ਵਰਗ ਇਸ ਗੱਲ ਤੇ ਖੁਸ਼ ਹੋਏਗਾ ਕਿ ਹਰ ਵਰਗ ਦਾ ਧਿਆਨ ਕੀਤਾ ਗਿਆ। ਇੱਕ ਵੱਡੇ ਪੈਮਾਨੇ ਤੇ ਚੇਂਜ ਜਿਹੜੀ ਪੰਜਾਬ ਲੱਭਦਾ ਸੀ ਉਹ ਕਾਂਗਰਸ ਤੋਂ ਲੱਭਾ। ਦੇਖੋ, ਇੱਕ ਚੰਗੀ ਤਰ੍ਹਾਂ ਸਮਝ ਲਓ ਇਸ ਗੱਲ, ਨਵੇਂ ਐਕਸਪੈਰੀਮੈਂਟ ਕਰਨ ਦਾ ਕੋਈ ਆਈਡੀਆ ਨਹੀਂ। ਮੱਝ ਵੇਚ ਕੇ ਘੋੜਾ ਖਰੀਦਣ ਦਾ ਕੋਈ ਫਾਇਦਾ ਨਹੀਂ। ਦੁੱਧ ਪੀਣੋਂ ਜਾਈਏ ਤੇ ਲਿੱਦ ਚੁੱਕਣੀ ਪਏ। ਇਹ ਜਿਹੜੀਆਂ ਆਲਰੇਡੀ
ਜਿਹੜੀਆਂ ਪਾਰਟੀਆਂ ਨੇ, ਜਿਹੜੀਆਂ ਸਟੈਬਲਿਸ਼ ਜਮਾਤਾਂ ਨੇ, ਜਿਨ੍ਹਾਂ ਦੇ ਕ੍ਰੈਡੀਬਿਲਿਟੀ ਹੈ, ਜਿਨ੍ਹਾਂ ਨੇ ਆਪਣੇ ਗਵਰਨ ਕਰਕੇ ਵਿਖਾਇਆ, ਉਹਨਾਂ ਪਿੱਛੇ ਲੱਗੇ। ਨਵੇਂ ਐਕਸਪੈਰੀਮੈਂਟ ਨਾ ਕਰੀਏ। ਨਵੇਂ ਐਕਸਪੈਰੀਮੈਂਟਸ ਕੁਝ ਨਹੀਂ ਹੈ। ਅਸੀਂ ਮੈਂ ਯਕੀਨ ਦਿਵਾਨਾ ਚਿਹਰਾ ਮੋਹਰਾ ਬਦਲਾਂਗੇ। ਪਹਿਲੀ ਹਰੀ ਕ੍ਰਾਂਤੀ ਵੀ ਕਾਂਗਰਸ ਲੈ ਕੇ ਆਈ ਸੀ, ਦੂਜੀ ਹਰੀ ਕ੍ਰਾਂਤੀ ਵੀ ਜਿਹੜੀ ਇਹ ਵੀ ਕਾਂਗਰਸ ਹੀ ਲੈ ਕੇ ਆਏਗੀ, ਪੰਜਾਬ 'ਚ ਚੇਂਜਸ ਕਰੇਗੀ। ਸੋ ਮੈਂ ਪ੍ਰਧਾਨ ਜੀ ਦਾ ਹੀ ਮਸ਼ਕੂਰ ਹਾਂ ਕਿ ਉਹਨਾਂ ਨੇ ਆਪਣਾ ਜਿਹੜਾ ਬਹੁਤ ਲੰਬੀ ਰਿਸਰਚ ਇਹਨਾਂ ਕੀਤੀ ਹੈ, ਉਹ ਪੰਜਾਬ ਦੀ ਬਿਹਤਰੀ ਵਾਸਤੇ ਤੁਹਾਡੇ ਸਾਹਮਣੇ ਉਹਨਾਂ ਰੱਖੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਵੇਲ ਕਰਦੇ ਹੋਏ ਚੰਦ ਦਿਨਾਂ ਦੇ ਵਿੱਚ ਇਹ ਜਿਹੜਾ ਹੈ ਅਸੀਂ ਆਪਣਾ ਮੈਨੀਫੈਸਟੋ ਸਾਹਮਣੇ ਰੱਖਾਂਗੇ। ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਇੱਕ ਸਵਾਲ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਅਸੀਂ ਬਾਰ-ਬਾਰ ਕਰਦੇ ਰਹੇ ਕਿ ਇਹ ਮੈਨੀਫੈਸਟੋ ਦਾ ਹਿੱਸਾ ਹੋਏਗਾ। ਤੁਸੀਂ ਮੋٹے ਤੌਰ ਤੇ ਦੱਸ ਦਿਓ ਕਿ ਸਿੱਧੂ ਸਾਹਿਬ ਨੇ ਜਿਹੜੇ 13 ਪੁਆਇੰਟਸ ਦਿੱਤੇ ਨੇ, ਉਹ 13 ਪੁਆਇੰਟਸ ਦੇ ਵਿੱਚੋਂ ਕਿੰਨੇ ਕੁ ਤੁਸੀਂ ਮੈਨੀਫੈਸਟੋ 'ਚ ਸ਼ਾਮਲ ਕਰ ਰਹੇ ਹੋ, ਜਾਂ ਕਿਸ ਤਰ੍ਹਾਂ ਦੇ ਨਾਲ ਐਡੀਸ਼ਨ ਕਿਵੇਂ ਹੋ ਰਹੀ ਹੈ? ਛੋਟੇ ਵੀਰ ਇਸ ਤਰ੍ਹਾਂ ਹੈ, ਪ੍ਰਧਾਨ ਜੀ 1 ਘੰਟਾ ਬੋਲੇ, ਮੈਨੀਫੈਸਟੋ ਦਾ ਚੇਅਰਮੈਨ 2 ਮਿੰਟ ਬੋਲੇ। ਤੁਸੀਂ ਸਮਝਦੇ ਹੋ ਕਿ ਬਿਨਾਂ ਗੱਲੋਂ ਹੀ ਬੋਲਦੇ ਰਹੇ। ਜੇ ਇਹਨਾਂ ਦਾ ਹਿੱਸਾ ਨਾ ਹੀ ਬਣਨਾ ਹੁੰਦਾ, ਮੈਂ ਨਾਲ ਹੀ ਨਹੀਂ ਗੱਲ ਕਹੀ, ਮੈਂ ਕਹਿ ਰਿਹਾ ਕਿੰਨੇ ਕੁ ਪੁਆਇੰਟਸ ਤੁਸੀਂ ਲੈ ਰਹੇ ਹੋ ਜਾਂ ਟੋਟਲੀ ਕਰ ਇਹਨਾਂ ਦੇ 13 ਹੋਣਗੇ ਤੇ 5-7 ਸਾਡੇ ਵੀ ਹੋਣਗੇ। ਸਾਰਾ ਕੁਝ ਆਏਗਾ। ਕੁਝ ਚੀਜ਼ਾਂ ਮਿਸ ਵੀ ਹੋਈਆਂ ਨੇ, ਉਹ ਵੀ ਅਸੀਂ ਵਿੱਚ ਪਾਵਾਂਗੇ। ਸੋ ਬੇਸਿਕਲੀ ਜਦੋਂ ਵੀ ਵੇਖੋ ਵੈਲ ਮੀਨਿੰਗ ਪੰਜਾਬ ਦਾ ਭਲਾ ਚਾਹੁੰਦੇ, ਜਦੋਂ ਬੰਦਾ ਵੈਲ ਮੀਨਿੰਗ ਹੋਏ, ਪੰਜਾਬ ਦਾ ਭਲਾ ਚਾਹੁੰਦਾ ਹੋਏ, ਉਹਨਾਂ ਦੀ ਸਾਰੀ ਗੱਲ ਨੂੰ ਸਮੁੱਚੀ ਪਾਰਟੀ ਜਿਹੜੀ ਬੜੀ ਗੰਭੀਰਤਾ ਨਾਲ ਵਿਚਾਰ ਰਹੀ। ਐਂਡ ਥੀਸ ਆਰ ਵੈਰੀ ਵੈਲ ਰਿਸਰਚਡ ਪੁਆਇੰਟ। ਇਹ ਕੋਈ ਇਹੋ ਜਿਹੀ ਚੀਜ਼ ਨਹੀਂ ਕਿ ਹਵਾ ਦੇ ਵਿੱਚ ਲੋਕਾਂ ਨੂੰ ਮਿਸਲੀਡਿੰਗ ਨਹੀਂ। ਦੇਖੋ ਤੁਹਾਨੂੰ ਸਿੱਧੂ ਸਾਹਿਬ ਦੀ ਕਮਿਟਮੈਂਟ ਵੀ ਪਤਾ ਤੇ ਸਾਡੀ ਵੀ ਪਤਾ। ਜਿਹੜੀ ਗੱਲ ਕਰਾਂਗੇ ਇਮਾਨਦਾਰੀ ਨਾਲ ਕਰਾਂਗੇ, ਪੰਜਾਬ ਦੀ ਬਿਹਤਰੀ ਵਾਸਤੇ ਕਰਾਂਗੇ, ਆਉਣ ਵਾਲੇ ਭਵਿੱਖ ਵਾਸਤੇ ਕਰਾਂਗੇ। ਸਾਡੀ ਜ਼ਿੰਦਗੀ ਦੇ ਕਿੰਨੇ ਸਾਲ ਹੋ ਰਹਿ ਗਏ। ਸੋ ਇਸ ਗੱਲ ਕਾਰਨ ਅਸੀਂ ਵੀ ਚਾਹੁੰਦੇ ਹਾਂ ਸਾਡੀ ਛਾਪ ਇੱਥੇ ਜਾਏ ਕਿ ਕੁਝ ਬੰਦੇ ਅਜੇ ਵੀ ਇਸ ਕਿਸਮ ਦੇ ਵੈਲ ਮੀਨਿੰਗ ਐਸੀ ਜਿਨ੍ਹਾਂ ਨੇ ਪੰਜਾਬ ਦੀ ਤਕਦੀਰ ਤੇ ਸ਼ਕਲ ਬਦਲੀ ਹੈ। ਅਸੀਂ ਇਹ ਚਾਹਾਂਗੇ ਲੌਂਗ ਟਾਈਮ ਸਾਡੀ ਇਹ ਛਾਪ ਜਾਣੀ ਚਾਹੀਦੀ ਹੈ। ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾਲ ਸਰ ਨਵਜੋਤ ਸਿੰਘ ਸਿੱਧੂ ਨੇ ਵੀ ਹਰ ਪੋਜੀਸ਼ਨ ਵੀ ਤੁਹਾਡੇ ਦਾਸ ਨੇ 4 ਚੀਫ ਮਿਨਿਸਟਰਾਂ ਨਾਲ ਕੈਬਨਿਟ 'ਚ ਮਿਨਿਸਟਰ ਰਹਿ ਲਿਆ, ਲੋਕ ਸਭਾ 'ਚ ਰਹਿ ਲਿਆ, ਰਾਜ ਸਭਾ 'ਚ ਰਹਿ ਲਿਆ, ਪਾਰਟੀ ਦਾ ਪ੍ਰਧਾਨ ਰਹਿ ਲਿਆ। ਤਾਂ ਕਿਸੇ ਗੱਲ ਦੀ ਕੋਈ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾਲ ਕਮੀ ਪੇਸ਼ੀ ਹੈ ਨਹੀਂ। ਅਸੀਂ ਇੰਨਾ ਚਾਹੁੰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਹਮੇਸ਼ਾ ਵਾਸਤੇ ਲੋਕ ਇਸ ਗੱਲ ਦਾ ਜਿਹੜਾ ਪੋਲੀਟੀਸ਼ੀਅਨਸ ਤੇ ਪੋਲੀਟੀਕਲ ਕਲਾਸ ਤੇ ਜਿਹੜਾ ਕੁਐਸਚਨ ਮਾਰਕ ਉਠਾ ਰਹੇ ਨੇ, ਉਹ ਹਟਣਾ ਚਾਹੀਦਾ। ਲੋਕਾਂ ਦਾ ਫੇਥ ਇੱਕ ਵਾਰ ਫੇਰ ਰੀਸਟੈਬਲਿਸ਼ ਕਰਨਾ ਜਿਹੜਾ ਉਹ ਕਾਂਗਰਸ ਤੋਂ ਇਲਾਵਾ ਤੇ ਕਾਂਗਰਸੀ ਲੀਡਰਸ਼ਿਪ ਤੋਂ ਇਲਾਵਾ ਨਹੀਂ ਹੋ ਸਕਦਾ। ਇਹ ਅਸੀਂ ਕਰਕੇ ਵਿਖਾਵਾਂਗੇ। ਸੋ ਪ੍ਰਧਾਨ ਜੀ ਦੇ ਹਰ ਇਹ ਜਿਹੜੇ ਦਿੱਤੇ ਹੋਏ ਇਹਨਾਂ ਦੇ ਵੈਲ ਰਿਸਰਚਡ ਇਹ ਸਾਰੇ ਪੁਆਇੰਟਸ ਨੇ, ਉਹ ਆਲਮੋਸਟ ਤੁਸੀਂ ਸਮਝੋਗੇ ਜਦੋਂ ਸਾਡਾ ਮੈਨੀਫੈਸਟੋ ਬਾਹਰ ਆਏਗਾ ਤੁਸੀਂ ਵੇਖੋਗੇ ਕਿ ਹਰ ਚੀਜ਼ ਨੂੰ ਅਸੀਂ ਬਕਾਇਦਾ ਤੌਰ ਸੀਰੀਅਸਲੀ ਲੈਂਦੇ ਹੋਏ, ਬਿਕੋਜ਼ ਦੇ ਵੈਰੀ ਵੈਲ ਰਿਸਰਚ ਐਂਡ ਵੈਲ ਮੀਨਿੰਗ, ਐਂਡ ਇਹਦੇ ਨਾਲ ਹੀ ਚੇਂਜਸ ਆਉਣਗੇ। ਅਸੀਂ ਜਿਹੜੀ ਪੰਜਾਬ ਦੇ ਵੱਡੇ ਪੈਮਾਨੇ ਤੇ ਲੁੱਟ ਖਸੁੱਟ ਹੋ ਰਹੀ ਉਸ ਨੂੰ ਰੋਕਣ ਦਾ, ਉਹਦਾ ਸਾਰੀ ਲੀਕੇਜ ਹਟਾਉਣ ਦਾ, ਸੋ ਦੈਟ ਉਹ ਪੈਸਾ ਜਿਹੜਾ ਪੰਜਾਬ ਦੇ ਲੋਕਾਂ ਦੀ ਜੇਬਾਂ ਦੇ ਵਿੱਚ ਜਾਂ ਅਫਸਰਸ਼ਾਹੀ ਦੀ ਜੇਬਾਂ ਦੇ ਬਜਾਏ ਜਾਂ ਕੁਝ ਮਿਡਲਮੈਨ ਦੀ ਜੇਬਾਂ ਦੇ ਬਜਾਏ ਇਹ ਪੰਜਾਬ ਦੇ ਖਜ਼ਾਨੇ 'ਚ ਆਉਣਾ ਚਾਹੀਦਾ ਪੈਸਾ। ਇਹਨਾਂ ਦੀ ਸੋਚ ਵੀ ਹੈ, ਸਾਡੀ ਸੋਚ ਵੀ ਹੈ, ਪੰਜਾਬ ਦੇ ਨੌਜਵਾਨਾਂ ਦੀ ਸੋਚ ਵੀ ਹੈ, ਦੁਨੀਆ ਭਰ 'ਚ ਬੈਠੇ ਪੰਜਾਬੀ ਜਿਹੜੇ बहुत कामयाब। हाँ जी, इसके लिए तो जो सिद्धू साहब का ये 13 एजेंडा है, हाँ जी, हाँ जी, इसके लिए तो आपको इनको सीएम बनाना पड़ेगा, अदरवाइज ये पॉसिबल नहीं नजर आ रहा है। देखिए मेरी एक बात सुनिए, इसको मजाक में मत लीजिए। सीएम बनना इम्पोर्टेंट नहीं, पंजाब को बचाना इम्पोर्टेंट। सीएम तो आपको पता है कि प्रोसेस है, पहले लोग मेजॉरिटी देंगे, उसके बाद आपको पता है सीएलपी होती है, सीएलपी में व्यूज लिए जाते हैं, पार्टी हाईकमांड फिर फैसला करती है। ये तो कोई ऐसी बात नहीं। एंड ये भी त्यागी, त्याग करने वाले, इतनी इनको भी इतनी ज़्यादा वो जैसे कहते हैं ना, इतनी नहीं है वो तड़प कि मैं इस तड़प इसी बात की है कि जो लोगों ने इतना बड़ा प्यार किया है, हमारे कंधों पर बोझ डाला है, तो वो जो उनका हमारे पर भरोसा है, वो भरोसा टूटना है। ये सीएम बनना या ना बनना, ये बड़ी, आप मुझे बताएं जयप्रकाश नारायण कभी सीएम बने थे? विनोबा भावे जी कभी सीएम बने थे? महात्मा गांधी कहाँ सीएम बने थे? सो ये आप उस बात पर देखो, इससे मजाकिया बात बने। इससे ये होता है कि जिस आदमी ने ईमानदारी से अपनी बात रखी उसको हम कहीं और घुमाकर पहुंचाना चाहते हैं। वही आपका पार्टी का लीडर पिछले
5 साल ईमानदारी के साथ अपनी बात रखता रहा है, कौन जी? चाहे वो जुझार केबिल वाले की बात हो या जो कुछ भी हो। यू नो दैट वेरी वेल कि इन्होंने 6 महीने जब ये लोकल बॉडी सीएम थे, हाँ जी। इन्होंने पूरी लोकल बॉडी अमले को लगा दिया था कि एक केबिल। एक मिनट मेरी बात सुनिए, अगर आपकी गवर्नमेंट ने क्या उसमें रिजल्ट आप, मैं भी उसी गवर्नमेंट से बाहर, जिसकी सजा ये भुगत रहे मैं भी वही भुगत रहा हूँ, इसीलिए मुझे मैनिफेस्टो कमेटी का चेयरमैन बनाया। अगर जिसने इम्प्लीमेंट नहीं किया वो पार्टी से बाहर है, अगर वो इम्प्लीमेंट करता हम बाहर होते, वो अंदर होता। अब हम अंदर हैं, वो बाहर है, तो इसीलिए हम इम्प्लीमेंट करेंगे, ये मैं यकीन नहीं। उस गुरुद्वारे ਤੋਂ ਪ੍ਰੇਰਿਤ ਜਿੱਥੇ ਉਹਨਾਂ ਨੇ 13 ਤੋਲਿਆ ਸੀ। The power of the people must return to the people। ਮੈਂ ਭਾਜੀ ਤੋਂ ਮਾਫੀ ਮੰਗਦਾ ਕਿਉਂਕਿ ਪੂਰਾ ਦਾ ਪੂਰਾ ਇਹਨਾਂ ਦੇ ਸਾਹਮਣੇ ਇਹ ਮਹਾਰਾਜ ਰਿੰਗ ਮਾਸਟਰ ਨੇ, ਇਸ ਕਰਕੇ ਇਹਨਾਂ ਕੋਲ ਪੂਰਾ ਅਸੀਂ ਇਹਨਾਂ ਦੇ ਸਾਹਮਣੇ, ਸਾਡੇ ਵੱਡੇ ਵੀ ਨੇ ਸੀਨੀਅਰ ਵੀ ਨੇ, ਇਹਨਾਂ ਦੇ ਸਾਹਮਣੇ ਪੂਰੇ ਦਾ ਪੂਰਾ ਪੰਜਾਬ ਨੂੰ ਦੇਣਾ ਸੀ। ਹੁਣ ਮੈਂ ਮਾਈਕ ਭਾਜੀ ਨੂੰ ਦੇ ਰਿਹਾ, ਮੇਰੀਆਂ ਬੱਖੀਆਂ ਵੀ ਚੜ ਗਈਆਂ ਥੋੜੀਆਂ ਜਿਹੀਆਂ, ਇਸ ਕਰਕੇ lend him your ears, ਨਹੀਂ lend him your ears and please listen to him whatever he has to say। ਜਿਹੜਾ ਵੀ ਹੈ ਉਹਨੂੰ ਗਾਈਡੈਂਸ ਚਾਹੀਦੀ ਹੈ, and the NRIs can lead him। NRI ਕੋਲ ਕਾਰਡ ਹੋਏਗਾ, single stop for non-residents to connect with the Punjab government, the multi-purpose photo identity card entitles every NRI to avail all these services and facilities offered by the government of Punjab। Eco card, NRI card holders will be given special preference to government offices, tehsils and redressal of all issues। ਇਹ ਜੀ NRIਆਂ ਦਾ ਸਾਡਾ ਪ੍ਰੋਗਰਾਮ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ। ਇਹ 13 ਪੁਆਇੰਟ ਸੀ, ਇਹ ਦੁਆਬਾ ਹੈ, NRIਆਂ ਦਾ ਗੜ੍ਹ ਹੈ। ਲੋਕ ਜਿੱਥੇ NRIs ਨੂੰ ਮਨੀ ਬੈਗਸ ਦੇਖਦੇ ਆ, ਕੇਜਰੀਵਾਲ ਦੁਆਰਾ ਨਹੀਂ ਜਾ ਸਕਦਾ ਕੈਨੇਡਾ, ਉਹ ਜੁੱਤੇ ਲੈ ਕੇ ਖੜੇ ਆ ਤੇ ਹਿਸਾਬ ਮੰਗਦੇ ਆ, ਤੇ ਸਿੱਧੂ ਕਦੇ 500 ਰੁਪਏ ਦੀ ਪਲੇਟ ਲਈ ਗਿਆ ਨਹੀਂ ਕਿਤੇ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ do not see them as just money bags। We see them as powerhouses of knowledge। We see them as enablers। We see them with people with ideas who are connected soulfully to Punjab। ਅਸੀਂ ਇੱਕ ਜਨਰੇਸ਼ਨ ਮਿਸ ਕਰਕੇ ਤੇ ਅਸੀਂ ਬਹੁਤ ਕੁਝ ਮਿਸ ਕਰ ਜਾਏ, ਕਿਉਂਕਿ ਜੇ ਉਹਨਾਂ ਦੇ ਬੱਚੇ ਵੱਡੇ ਹੋ ਗਏ, ਉਹ ਇੱਥੇ ਗਲੀਆਂ 'ਚ ਨਹੀਂ ਖੇਲੇ, ਉਹਨਾਂ ਦੀ ਆਤਮਾ ਇੱਥੇ ਨਹੀਂ ਵਸਦੀ, ਉਹ ਤੇ ਉੱਥੇ ਹਾਈ ਬਾਈ CI ਕਰਨਗੇ। Therefore, Punjab model wants to make them as shareholders in Punjab's development and revival। Contribution is not necessarily money, it is knowledge, ideas and connection। ਅਸੀਂ सम्मान ਦੇਾਂਗੇ ਤੇ ਉਹਨਾਂ ਨੇ ਅਰਮਾਨਾਂ ਨੂੰ ਖੰਭ ਦੇਾਂਗੇ। ਮੈਂ ਤੁਹਾਡੇ ਨਾਲ ਅੱਜ ਗੱਲ ਕਰਨਾ ਚਾਹਨਾ ਜਿਹੜੀ ਸ਼ਾਇਦ ਕਿਸੇ ਨੇ ਵੀ ਨਾ ਕੀਤੀ ਹੋਵੇ ਰਿਸਰਚ ਡਰਿਵਨ। What are their problems? Their problems are legal rights are not protected। One, almost 10,000 NRIs are involved in litigation pertaining to property cases। Delay and obstacles in processes due to bureaucratic hurdles invest ਕਰਨ ਆਉਂਦੇ ਨੇ 2-3 ਮਹੀਨੇ ਅਫਸਰਾਂ ਦੇ ਚੱਕਰ ਵੀ ਫਸ ਜਾਂਦੇ ਆ ਤੇ ਫਰਸਟ੍ਰੇਟ ਹੋ ਕੇ ਭੱਜ ਜਾਂਦੇ। Lack of professional advice, financial discrimination ਤੇ marital matrimonial disputes and exploitation, these are the problems that they face। The idea I have in mind, and I'm open to any idea from Paji, from anybody, is protection। Number one, protection of legal rights। There is a mechanism that I have set up with a lot of consultation, ਲੋਕਾਂ ਦੇ ਨਾਲ, stakeholders ਦੇ ਨਾਲ, a separate tribunal dealing with illegal usurping of NRI properties in their absence। One, fast track courts for NRI, fast track courts, separate tribunal, enabling improvement in online transactions like Intakal, Taqseem, ensuring NRIs can effect their transactions sitting abroad on digital portals। This is the power of digital Punjab।
Legal Aid Center, 24/7 helpline for NRIs. Complaints regarding matrimonial issues to be assigned to the legal team of the state under the advocate channel for quick action in 30 days. ਹੁਣ ਸਭ ਤੋਂ ਵੱਡਾ point, Punjab doesn't have a database of NRIs. कोई database नहीं है. We will create an NRI commission, single point contact for NRIs. ये थानेदार को नहीं जाएगा, किसी SSP को नहीं जाएगा. Such as a guarantee grievance redressal within 30 days to invest assistance and the protection of his rights. चाहे उन्हें इन्वेस्टमेंट करनी है, चाहे लीगल प्रोटेक्शन लेनी है, NRI commission, single point contact, and he goes to no one. We do not have a database of NRIs. Having a database in first place is very important. Then we can connect our youth with the established NRI for mentorship, guidance and partnership. Not only Jalandhar 400 ਹਸਪਤਾਲ ਨੇ, ਮੈਡੀਕਲ ਟੂਰਿਜ਼ਮ ਦਾ ਹੱਬ ਹੋਏਗਾ, ਸਪੋਰਟਸ ਗੁੱਡਸ ਦਾ ਹੱਬ ਹੋਏਗਾ ਜਲੰਧਰ, ਤੇ ਫਾਊਂਡਰੀਜ਼ ਔਰ ਦਵਾਈਆਂ ਜਿਹੜੀਆਂ ਬਣਦੀਆਂ ਨੇ ਉਹਨਾਂ ਦਾ ਹੱਬ ਵੀ ਜਿਹੜਾ ਹੈਗਾ ਅਸੀਂ ਜਲੰਧਰ ਨੂੰ ਬਣਾਉਣ ਜਾ ਰਹੇ ਹਾਂ। ਇਸੇ ਤਰ੍ਹਾਂ ਅੱਡ-ਅੱਡ ਸ਼ਹਿਰਾਂ ਦੇ ਅੱਡ-ਅੱਡ ਕਲਸਟਰ ਸਰਦਾਰ ਮਨਮੋਹਨ ਸਿੰਘ ਦੀ ਸੋਚ ਦੇ ਨਾਲ ਅਸੀਂ ਬਣਾਵਾਂਗੇ। ਲੈਟ ਮੀ ਲੁੱਕ ਐਟ ਜਲੰਧਰ ਸਰਜੀਕਲ ਕਲਸਟਰ, ਇਟ ਵਿਲ ਬੀ ਦ ਸਰਜੀਕਲ ਕਲਸਟਰ ਐਂਡ ਕਪੂਰਥਲਾ ਫਾਊਂਡਰੀ ਐਂਡ ਜਨਰਲ ਇੰਜੀਨੀਅਰਿੰਗ ਕਲਸਟਰ, ਪਟਿਆਲਾ ਕਟਿੰਗ ਟੂਲ ਕਲਸਟਰ, ਫਤਿਹਗੜ੍ਹ ਸਾਹਿਬ ਸਟੀਲ ਰੀ-ਰੋਲਿੰਗ ਮਿਲ ਕਲਸਟਰ, ਅੰਮ੍ਰਿਤਸਰ ਮੈਡੀਕਲ ਐਂਡ ਟੂਰਿਜ਼ਮ ਹੱਬ ਨਿਟਿੰਗ ਕਲਸਟਰ। ਇਸੇ ਤਰ੍ਹਾਂ ਅੱਡ-ਅੱਡ ਸ਼ਹਿਰਾਂ ਦੇ ਵਿੱਚ ਬੜੀ ਰਿਸਰਚ ਦੇ ਨਾਲ ਅਸੀਂ ਕਲਸਟਰਾਂ ਦੇ ਪਹੁੰਚੇ ਹਾਂ। ਹੁਣ मेरा फेवरेट टॉपिक लुधियाना को आपने शामिल नहीं किया। हजूरे वाला अभी दिखाते हैं आपको। हम कोई ऐसा हमारा लुधियाना है, कोई पराया है क्या? पार्टनर बनावांगे और नौजवानों के नाल जिन्ने भी पार्टनरशिप होंगे पंजाब सरकार पार्टनर होएगी उन्होंने। देखो इन्हों ने जो एडिशनल वो है, मैं तुहानू ये दस दिया, ये जो स्वै रोजगार प्रोग्राम है ਉਹਦੇ ਵਿੱਚ ਹਨੀ, ਜੈਗਰੀ, ਬਿਸਕਿਟਸ, ਮੈਨੂ ਪ੍ਰੋਸੈਸਿੰਗ ਹੁਣ ਬਿਰਲੇ ਟਾਟੇ ਨਹੀਂ ਕਰਨਗੇ, ਪੰਜਾਬ ਦਾ ਯੂਥ ਕਰੇਗਾ। ਨੌਕਰੀ ਮੰਗੇਗਾ ਨਹੀਂ, ਨੌਕਰੀ ਦੇਗਾ। ਔਰ ਇਹਦੇ 'ਚ ਕੋਈ ਐਸੀ ਰੌਕਟ ਸਾਇੰਸ ਨਹੀਂ ਹੈ, ਸਿਰਫ ਸਰਕਾਰ ਦੀ ਪੋਲੀਟੀਕਲ ਵਿਲ ਦੀ ਲੋੜ ਹੈ। ਯੂਥ ਦੇ ਲਈ ਸਪੈਸ਼ਲ ਪ੍ਰੋਗਰਾਮ ਹੈ, ਮੈਂ ਹੁਣੇ ਡਿਕਲੇਅਰ ਕੀਤਾ। ਸਭ ਤੋਂ ਵੱਡੀ ਚੀਜ਼ ਕ੍ਰੀਏਸ਼ਨ ਆਫ 1000 ਕਰੋੜ ਵੈਂਚਰ ਕੈਪੀਟਲ ਫੰਡ by the government in partnership with corporates and venture capitalists to give seed support programming. ये seed support programming की है, ये 16 लाख 6% इंटरेस्ट दे होते for startups. Mohali will be the startup and IT industry and education hub. It will be the Silicon Valley of Punjab. ये पक्का है। Collateral and interest-free loans of up to 2 lakh for home-based entrepreneurship for anyone. चाहे वो करे बैठ के किसी तरीके का बिजनेस, मैं आगे बोल चुका है 25 तो 5 लाख का बीमा सब का जो पंजाब सरकार सरबत का भला मंगती है। 5 lakh insurance for all Punjabis in all hospitals, सारिਆਂ ਦੇ ਲਈ ਸਾਰੇ ਹਸਪਤਾਲਾਂ ਦੇ ਵਿੱਚ ਇਹ ਹੋਏਗਾ। free treatment of 20 lakhs, free treatment surgeries up to 20 lakhs in government hospitals, ਸਰਕਾਰੀ ਹਸਪਤਾਲਾਂ 'ਚ। there is a mechanism that we have, we'll unleash that mechanism. It's a sure shot, foolproof mechanism. X-rays, MRIs, CT scans centers in all government hospitals, and I categorically state X-rays, MRIs, these are basic amenities. CT scans, ये सारे गवर्नमेंट हॉस्पिटल्स होंगे। मोबाइल वैन्स, ATM clinics, kiosks and teleconsultation in every village. ਤੁਸੀਂ ਜਾ ਕੇ ਸਿਆਣੇ ਡਾਕਟਰ ਦੇ ਨਾਲ ਟੈਲੀਕੰਸਲਟੇਸ਼ਨ ਕਰ ਸਕੋਗੇ।
ਹਰ ਪਿੰਡ ਦੇ ਵਿੱਚ ਇਹ ਫੈਸਿਲਿਟੀ ਹੋਏਗੀ, ਮੋਬਾਈਲ ਵੈਨ ਹਰ ਜਗ੍ਹਾ ਤੇ ਹੋਏਗੀ। ਸਰਕਾਰ ਦੇ ਪੈਸੇ ਲੱਗਣੇ ਹੀ ਇੱਧਰ ਨੂੰ ਹੈ। Then we come to nutrition PDS. PDS ਦੇ ਦਿੰਦੇ ਆ ਸੜੀ ਪੁਰਾਣੀ ਕਣਕ, ਕੀੜੇ ਲੱਗੇ ਉਹੀ ਚਕਾਈ ਤੁਰੀ ਜਾਂਦੇ ਆ। ਸਰਕਾਰ 5 ਅਨਾਜ ਵਾਲਾ ਆਟਾ ਦੇਗੀ ਔਰ ਉਹਦੇ ਨਾਲ ਇੱਕ ਦਾਲ ਫॉर ਪ੍ਰੋਟੀਨ we will give। 5 ਅਨਾਜ ਵਾਲਾ ਆਟਾ ਵੈਰੀਫਾਈਡ, ਕੰਟਰੋਲਡ, ਰੈਗੂਲੇਟਡ, ਉਹਦੇ ਨਾਲ ਇੱਕ ਬੋਤਲ, ਉਹਦਾ ਸਾਈਜ਼ ਹਲੇ ਵੈਰੀਫਾਈ ਨਹੀਂ ਕੀਤਾ, ਸਰੋਂ ਦੇ ਤੇਲ ਦੀ, ਕੁਕਿੰਗ ਆਇਲ। ਜਿੰਨੇ PDS ਦੇ ਬੰਦੇ ਨੇ ਉਹਨਾਂ ਨੂੰ ਨਾਲ ਦਾਲ ਦੇਗੀ, ਤੇ ਐਡੀਸ਼ਨਲੀ ਮਿਡ ਡੇ ਮੀਲਸ ਵਿਲ ਇਨਕਲੂਡ ਫਰੂਟਸ, ਐਗਸ ਐਂਡ ਮਿਲਕ। ਇਹ ਗਾਰੰਟੀ ਹੈ ਸਰਕਾਰ। ਜਿਹੜਾ ਮਿਡ ਡੇ ਮੀਲ ਹੋਏਗਾ ਉਹਦੇ ਚ ਦੁੱਧ, ਐਡੀਸ਼ਨਲ ਐਗਸ, ਕਿਉਂਕਿ ਮੈਲ ਨਿਊਟ੍ਰੀਸ਼ਨ ਇਜ਼ ਅ ਗ੍ਰੇਟ ਹੈਜ਼ਰਡ, ਔਰ ਉਹ ਪ੍ਰੀਵੈਂਟ ਕਰ ਦਿਓ ਤੇ ਨੌਜਵਾਨ ਬਹੁਤ ਤਕੜੇ ਹੋ ਸਕਦੇ। ਨਾਓ ਦੀ more autonomy in villages, residents in functioning of government dispensaries through health management committee, panchayat and medical students for every village to be a de facto member of the committee। ਪਿੰਡਾਂ ਦੀਆਂ ਕਮੇਟੀਆਂ ਹੋਣਗੀਆਂ ਸਾਹਿਬ ਜਿਹੜੀਆਂ ਮੈਨੇਜਮੈਂਟ ਕਰਨਗੀਆਂ। Now when I go to the additional points also, medical tourism is going to be a very, very big part of our manifesto। ਜਿਹੜੀ ਸਰਜਰੀ 5 ਲੱਖ ਦੀ ਅਮਰੀਕਾ 'ਚ ਹੁੰਦੀ ਹੈ, ਇੱਥੇ ਲੱਖ ਦੀ ਵੀ ਨਹੀਂ ਹੁੰਦੀ। ਜਿਹੜੇ ਗੋਡੇ ਹਿਪ ਰਿਪਲੇਸਮੈਂਟਾਂ ਬਹੁਤ ਜ਼ਿਆਦਾ ਪੈਸਿਆਂ 'ਚ ਹੁੰਦੀਆਂ ਨੇ, ਇੱਥੇ ਬਹੁਤ ਘੱਟ ਪੈਸਿਆਂ ਦੇ ਵਿੱਚ ਹੁੰਦੀਆਂ ਨੇ। Even Ayurvedic treatment in these dispensaries is an option that we are weighing very, very strongly। Health management committees will oversee government expenditure in every village on health। That's a word of honor। मैं promise ਕੀਤੇ ਨਹੀਂ ਕਦੇ, ਨਾ ਹੀ ਮੈਂ ਗੁਟਕੇ ਚੱਕੇ ਹੈ, ਨਾ ਹੀ ਮੈਂ ਸੌਹਾਂ ਖਾਧੀ। ਜ਼ੁਬਾਨ ਦੇ ਪੱਕੇ ਆ, ਜੋ ਜ਼ੁਬਾਨ ਦਿੱਤੀ ਹੈ ਉੱਥੇ ਖੜੇ ਆ। Therefore the next thing is education। ਅਸੀਂ ਖੋਲ ਰਹੇ ਹਾਂ, ਅੱਜ ਜਲੰਧਰ ਦੇ ਵਿੱਚ ਖੋਲ ਰਹੇ ਹਾਂ, ਫਿਰ ਭਾਜੀ ਦੀ ਦੇਖਾਂਗੇ ਗੋ ਹੈਡ ਕੀ ਹੈ ਕੀ ਨਹੀਂ। ਵੱਡਾ ਭਾਈ ਹੈ, ਜਿੱਦਾਂ ਕਹੂਗਾ ਉਸ ਤਰੀਕੇ ਦੇ ਨਾਲ ਇਹਨੂੰ ਇੰਪਰੂਵ ਕਰਾਂਗੇ। Full scholarship up to 10 lakhs to all students to pursue degree in science, technology, engineering, mathematics and medicals। Allocation of 6% state budget for education। 6% ਬਜਟ। ਅੱਜ ਤੇ ਸਰਕਾਰ ਜਿਹੜੀ ਹੈ ਉਹ ਹੁਣ ਕਿਹੜੇ ਬਜਟ ਤੇ ਚੱਲਦੀ ਹੈ, ਮੈਂ ਹੁਣ ਕਿਉਂ ਦੱਸਾਂ। ਆਪਾਂ ਕਿਉਂ ਨਾ ਫालतू ਗੱਲਾਂ 'ਚ ਪੈਣਾ, ਜੋ ਚਲਾ ਗਿਆ ਉਸੇ ਭੁੱਲ ਜਾ। ਪਰ ਜਿਹੜਾ ਐਲੋਕੇਸ਼ਨ ਹੈ ਉਹ 6% ਹੋਏਗਾ ਸਾਹਿਬ ਐਜੂਕੇਸ਼ਨ ਦੇ ਵਿੱਚ। ਇਹ ਵੱਧ ਸਕਦਾ ਹੈ ਪਰ ਇਹ ਘਟ ਨਹੀਂ ਸਕਦਾ, ਕਿਉਂਕਿ ਨਹੀਂ ਤੇ ਸੂਬਾ ਰਹਿਣ ਜੋਗਾ ਨਹੀਂ ਜਿਹੜਾ। Authorized and paid full pay scale। जिन्ने भी, I categorically state this, all primary school teachers will be regularized and paid full pay scale। That's a word of honor। We have the money। Doing away with political influence and corruption, Congress will continue its landmark merit-based teacher transfer policy along with the new recruitment to be based upon block and school cadre system। ਇਹਦਾ ਮਤਲਬ ਇਹ ਹੈ ਕਿ ਜਿਹਦਾ ਬਲਾਕ ਜਿੱਥੇ ਹੈ, ਜਿਹਦਾ ਕਾਡਰ ਜਿੱਥੇ ਹੈ, ਜਿਹੜਾ ਜਿੱਥੇ ਪੈਦਾ ਹੋਇਆ, ਪਹਿਲੇ 7 ਸਾਲ ਉਹਦੀ ਬਦਲੀ ਨਹੀਂ ਹੋਈ। ਇਹ ਨਹੀਂ ਹੈ ਵੀ ਬਦਲਦਾ ਫਿਰ ਲੱਖ ਲੈ ਕੇ ਵਾਪਸ ਲਿਆਂਦਾ, ਫਿਰ ਨਵਾਂ ਬਦਲਤਾ ਫਿਰ ਲੱਖ ਲੈ ਕੇ ਫੇਰ ਲਿਆਂਦਾ। ਇਹ ਹੋਣਾ ਨਹੀਂ। It's a foolproof transfer system।
ਜਿਹੜਾ ਜਿੱਥੇ ਜਿਹੜੇ ਡਿਸਟ੍ਰਿਕਟ ਦਾ ਬੰਦਾ ਉੱਥੇ ਹੀ ਰਹੂਗਾ 7 ਸਾਲ, ਔਰ ਜਿਹਨੂੰ ਜਿੰਨਾ ਇਨਸੈਂਟਿਵ ਹੋਏਗਾ ਉਹਨਾਂ ਕੁ ਦੂਰ ਭੇਜਾਂਗੇ, ਜਿੰਨਾ ਘੱਟ ਹੋਏਗਾ ਜੋ ਉਹਦੀ ਮਰਜ਼ੀ ਹੋਏਗੀ ਉਦਾਂ ਹੀ ਹੋਏਗਾ। ਐਟਲੀਸਟ ਉਹ ਦਿਲ ਦੇ ਨਾਲ ਪੜਾਵੇ ਤੇ ਸਹੀ। No fees for government recruitment examination and 1-year mission to complete appointment process of all government vacancies। 1 ਲੱਖ ਵੈਕੈਂਸੀ ਭਰਾਂਗੇ ਔਰ ਠੋਕ ਕੇ ਭਰਾਂਗੇ, ਮਾਫੀਆ ਦੀ ਜੇਬ ਚੋਂ ਕੱਢ ਕੇ ਭਰਾਂਗੇ, ਚੋਰ ਹੀ ਮਾਰ ਕੇ ਕਰਾਂਗੇ, ਚੋਰ ਦੀ ਮਾਂ ਨੂੰ ਮਾਰਾਂਗੇ। ਔਰ ਇਹ ਜਿਹੜੀ 1 ਲੱਖ ਵੈਕੈਂਸੀ ਹੈ ਜੀ, ਅੱਜ ਜਿੰਨੇ ਵੀ ਪ੍ਰੋਟੈਸਟ ਕਰਨ ਵਾਲੇ ਮੈਂ ਵਿੱਚ ਖੜਦਾ ਹੁੰਦਾ ਸੀ ਉਹਨਾਂ ਦੇ, ਤੁਸੀਂ ਦੇਖਿਆ ਹੋਣਾ, ਮੈਂ ਨਹੀਂ ਭੱਜਿਆ ਤੇ ਮੈਂ ਉਹਨਾਂ ਨੂੰ ਕਹਿੰਦਾ ਯਾਰ ਇਹ 1000 ਕਰੋੜ ਰੁਪਇਆ ਹੋਵੇ ਸਰਕਾਰ ਕੋਲ ਤੇ ਕੋਈ ਟੀਚਰ ਸੜਕਾਂ ਤੇ ਨਾ ਹੋਵੇ, ਤੇ ਜੇ 3000 ਹੋਵੇ ਤੇ ਮਿੱਤਰ ਪਿਆਰਿਓ ਕੋਈ ਬੰਦਾ ਧਰਨੇ ਤੇ ਨਾ ਹੋਵੇ। ਇਹ ਫੈਕਟ ਹੈ, ਕੋਈ ਮੰਨੇ ਜਾਂ ਨਾ ਮੰਨੇ। ਇੰਡਸਟਰੀ ਐਂਡ ਟ੍ਰੇਡ, ਐਂਡਿੰਗ ਰੈਡ ਟੇਪਿਜ਼ਮ ਐਂਡ ਅਫਸਰਸ਼ਾਹੀ। ਅਫਸਰਸ਼ਾਹੀ ਦੇ ਚੀਫ ਮਿਨਿਸਟਰ ਚਲਾਉਂਦਾ ਨਾ ਤੁਣ ਕੇ ਮਾਰ ਕੇ, ਕਿਉਂਕਿ ਉਹੀ ਪਲਮ ਪੋਸਟਿੰਗ ਦਿੰਦਾ ਤੇ ਉਹੀ ਖੁੱਡੇ ਲਾਈਨ ਲਾਉਂਦਾ। ਇਸ ਕਰਕੇ ਕਮਾਊ ਪੁੱਤਾਂ ਲਈ ਅਫਸਰ ਤਕੜਾ ਹੈ ਤੇ ਜਿਹੜਾ ਸਿੱਧੂ ਵਰਗਾ ਉਹਨੂੰ ਘਰੇ ਪਾਉਂਦੇ ਆ, ਇਹੀ ਅਫਸਰਸ਼ਾਹੀ ਹੈ। ਹੋਰ ਤਾਂ ਕੁਝ ਹੈ ਨਹੀਂ ਅਫਸਰਸ਼ਾਹੀ ਦੇ ਵਿੱਚ, ਖਾਸ ਗੱਲ ਨਹੀਂ ਹੈ। ਉਹ ਸਿਰਫ ਚੀਫ ਮਿਨਿਸਟਰ ਤੁਣਕਾ ਮਾਰ ਕੇ ਚਲਾਉਂਦਾ ਉਹਨੂੰ। ਈਜ਼ ਆਫ ਡੂਇੰਗ ਬਿਜ਼ਨਸ, ਦਿਸ ਇਜ਼ ਦ ਮੋਸਟ ਇੰਪੋਰਟੈਂਟ ਫੈਕਟਰ। ਹੁਣ ਇਹਦੇ 'ਚ सब तो इंपॉर्टेंट चीज है कि कोई भी टैक्स असेसमेंट है, अप्रूवल है, इंक्वायरी है, क्लियरेंस है, अमेंडमेंट ऑफ राइट टू सर्विस है, असेसमेंट है, कुछ भी है, इंक्लूडिंग इंडस्ट्रियल अप्रूवल, क्लियरेंस, ऑनलाइन पोर्टल, सिंगल विंडो सिस्टम ना होएगा। यह नहीं हो सकता भी वो सिंगल विंडो के पिछे 25 विंडोआं खुल रही ने, ਬੰਦੇ ਨੂੰ ਕਿਸੇ ਨੂੰ ਉਹਦੇ ਸਾਫਾ ਗਲ 'ਚ ਪਾਇਆ ਤੇ ਉਹਦੀ ਹਰਾਸਮੈਂਟ ਹੋ ਰਹੀ ਹੈ ਤੇ 6-6 ਮਹੀਨੇ ਉਹਨੂੰ ਕਲੀਅਰੈਂਸ ਨਹੀਂ ਮਿਲ ਰਹੀ। ਇਟ ਵਿਲ ਬੀ ਅ ਸਿੰਗਲ ਵਿੰਡੋ ਸਿਸਟਮ that we will ensure ਕਿ ਭਾਈ ਸਰਕਾਰ ਅੱਗੇ ਵਧੇ। ਇਹਦੇ ਨਾਲ ਨਾਲ support to industry and MSMEs, government will pay 50% labor salaries for all labor working for MSMEs। ਉਹਦੇ ਅੱਗੇ ਓਪਨ ਸੋਰਸ ਇਲੈਕਟ੍ਰਿਸਿਟੀ, ਇਹ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਅਸੀਂ ਆਫਰ ਕਰ ਰਹੇ ਹਾਂ। ਪੰਜਾਬ ਦੇ ਇਤਿਹਾਸ 'ਚ ਕਿਸੇ ਨੇ ਨਹੀਂ ਕੀਤਾ। ਓਪਨ ਸੋਰਸ ਇਲੈਕਟ੍ਰਿਸਿਟੀ ਦਾ ਮਤਲਬ ਹੈ ਜਿਹੜੀ ਵੱਡੀ ਇੰਡਸਟਰੀ ਹੈ ਉਹ ਪੰਜਾਬ 'ਚ ਨਹੀਂ ਹਿੰਦੁਸਤਾਨ 'ਚੋਂ ਕਿਤੋਂ ਸਸਤੀ ਬਿਜਲੀ ਲਿਆਵੇ, ਅਸੀਂ ਟਰਾਂਸਮਿਟ ਕਰਕੇ ਉਸ ਵੱਡੀ ਇੰਡਸਟਰੀ ਨੂੰ ਦੇ ਦਿਆਂ ਵਿਦਆਊਟ ਐਨੀ ਐਕਸਟਰਾ ਚਾਰजेस। सिर्फ ट्रांसमिशन के चार्जेस लेगी PSPCL, जिथों मर्जी सस्ती बिजली ले ले इंडस्ट्री वाला। ओपन सोर्स इलेक्ट्रिसिटी, वी विल प्रोवाइड हिम विद द इलेक्ट्रिसिटी फ्रॉम एनीवेयर इन इंडिया। आ साडा केजरी भाई पूरे लॉलीपॉप बनता है, इनू पंजाब मॉडल ने इन्ना ठोकिया कि दिल्ली मॉडल पंजाब मॉडल हो गया। हुण किला इन्नी छेती रंग नहीं बदलता जिन्ना ये भरा मेरा बदलता है। ਇਹ ਕਹਿੰਦਾ ਜੀ ਅਸੀਂ 2 ਜਾਂ 1,500 ਸਬਸਿਡੀ ਦਿੰਦੇ ਹਾਂ, ਅਸੀਂ 14,000 ਦਿੰਦੇ ਹਾਂ। ਇਹ ਇੰਡਸਟਰੀ ਨੂੰ 13 ਰੁਪਏ ਦਿੰਦਾ ਬਿਜਲੀ, ਅਸੀਂ 9 ਰੁਪਏ ਦਿੰਦੇ। ਜਿੰਨੀ ਬਿਜਲੀ ਇਹ ਫ੍ਰੀ ਦਿੰਦਾ ਅਸੀਂ ਇਹਦੇ ਨਾਲੋਂ ਵੱਧ ਦਿੰਦੇ ਹਾਂ। Reinventing the Silk Route and promoting exports to 34 Central Asian countries। And मैं कैटेगोरिकली कह रहा साहब, ये बड़े ध्यान ਨਾਲ सुनने वाली गल है। ਜਦੋਂ ਮੈਂ ਅੰਮ੍ਰਿਤਸਰ ਦੇ ਨਾਲ ਲੱਗਦੇ ਸਿਲਕਨ ਰੂਟ ਦੀ ਗੱਲ ਕਰਦਾ ਤੇ ਤੁਹਾਨੂੰ ਬੜੇ ਧਿਆਨ ਨਾਲ ਸੁਣਨਾ ਚਾਹੀਦਾ। ਸੈਂਟਰ ਦੀ ਸਰਕਾਰ ਨੇ 1992 ਦੇ ਵਿੱਚ 5 ਰੁਪਏ ਡੀਜ਼ਲ ਦਾ ਰੇਟ ਰੱਖਿਆ ਸੀ, 2022 ਚ 100 ਹੋ ਗਿਆ, ਮਤਲਬ 25 ਗੁਣਾ। ਤੇ ਕਣਕ ਦਾ ਰੇਟ 330 ਸੀ 92 ਚ, 1700 ਹੋਇਆ, 5 ਗੁਣਾ ਵਧੀ MSP। ਤੇ ਮੈਂ ਆ 34 ਕੰਟਰੀਜ਼ ਵਾਲਾ ਜਿਹੜਾ ਸਿਲਕਨ ਰੂਟ ਦੀ ਗੱਲ ਕਰਦਾ ਜਨਾਬ, 1700 ਦੀ ਕਣਕ ਰੱਖੋ, 1700 ਦੀ ਕਣਕ ਰੱਖੋ ਤੇ 3000 ਦੀ ਵਿਕੇਗੀ। ਚਲੋ ਮੇਰੀ ਆਵਾਜ਼ ਆਏਗੀ। 1700 ਦੀ ਕਣਕ ਰੱਖੋ ਤੇ 3000 ਦੀ ਜਾਏਗੀ 34 ਦੇਸ਼ਾਂ ਨੂੰ, ਤੇ 3000 ਦੀ ਬਾਸਮਤੀ ਰੱਖੋ 7000 ਦੀ ਜਾਏਗੀ
ਤੇ 20 ਰੁਪਏ ਦਾ ਅਦਰਕ ਰੱਖੋ 150 ਦਾ ਜਾਏਗਾ, ਤੇ 5 ਰੁਪਏ ਦਾ ਮਟਰ ਰੱਖੋ 50 ਦਾ ਜਾਏਗਾ, ਟੁੱਟੇਗਾ ਹੀ ਨਹੀਂ। ਦੱਸੋ ਏਦੂ ਵਧੀਆ ਕਿਹੜੀ ਮਾਰਕੀਟ ਹੈ ਬਈ? ਫਿਰ ਅਡਾਨੀ ਦੇ ਪੋਰਟ ਤੇ 2100 ਕਿਲੋਮੀਟਰ ਦੂਰ ਦੁਬਈ ਤੋਂ ਕਿਉਂ ਜਾਵੇ ਜੀ? ਅਡਾਨੀ ਦੇ ਪੋਰਟ ਦੇ ਉੱਤੇ 20 ਕਿਲੋਮੀਟਰ ਕਿਉਂ ਨਾ ਜਾਵੇ? ਜੇ ਕਰਾਚੀ ਬੰਬੇ ਖੁੱਲਾ ਹੈ ਤੇ ਲਾਹੌਰ ਤੇ ਅੰਮ੍ਰਿਤਸਰ ਕਿਉਂ ਨਹੀਂ ਖੁੱਲਾ 20 ਕਿਲੋਮੀਟਰ? ਦੇਖੋ ਵੀ ਆਰ ਅ ਲੈਂਡਲੌਕਡ ਸਟੇਟ। ਸਾਡੀ ਕਿਸਮਤ ਦੇ ਉੱਤੇ ਤਾਲੇ ਲਾ ਦਿੱਤੇ। 15 specialized industrial clusters in Punjab. Please understand what I'm saying. ਕਿਤੇ ਵੀ ਸੇਮ ਕ੍ਰੌਪ ਪੈਟਰਨ ਹੋਵੇ, ਸੇਮ ਬਿਜ਼ਨਸ ਹੋਵੇ, ਜਿਵੇਂ ਰਾਜਸਥਾਨ ਦੇ ਕੋਲ ਕਪਾਹ ਹੁੰਦੀ ਹੈ, ਜਿਵੇਂ ਆਈਟੀ ਇੰਡਸਟਰੀ ਜ਼ਿਆਦਾਤਰ ਮੋਹਾਲੀ ਦੇ ਵਿੱਚ ਹੈ, ਜਿਵੇਂ ਟੂਰਿਜ਼ਮ ਅੰਮ੍ਰਿਤਸਰ 'ਚ ਹੈ, ਅਸੀਂ ਕਲਸਟਰ ਖੋਲਾਂਗੇ, ਕਲਸਟਰ ਫਾਰਮ ਡਿਵੈਲਪਮੈਂਟ ਹੋਏਗੀ ਤੇ 13 ਐਗਰੋ ਪ੍ਰੋਸੈਸਿੰਗ ਕਲਸਟਰਸ ਐਂਡ ਫਿਕਸਡ food parks for empowering farmers to directly become traders. ਵਿਧਾਨ ਸਭਾ ਚੱਲੇਗੀ ਜੀ। ਇਹਦੇ ਨਾਲ ਨਾਲ ਜਿਹੜੀ ਡੀਸੈਂਟਰਲਾਈਜੇਸ਼ਨ ਆਫ ਪਾਵਰ ਹੈ, ਜਿਹੜੀ ਇੱਕ ਮੁੱਖ ਮੰਤਰੀ ਦੇ ਹੱਥ 'ਚ ਹੀ ਰਹਿ ਗਈ, ਜਿਹੜੀ ਲੈਜਿਸਲੇਚਰ ਦੀ ਬਿਲਿਟਲਿੰਗ ਹੈ। ਲੋਕਾਂ ਨੇ ਐਮਐਲਏ ਚੁਣੇ ਸੀ, ਐਮਪੀ ਚੁਣੇ ਸੀ, ਲੋਕਾਂ ਨੇ ਅਫਸਰ ਨਹੀਂ ਸੀ ਚੁਣੇ। ਔਰ ਅਫਸਰਾਂ ਦੇ ਹੱਥਾਂ ਦੇ ਵਿੱਚ ਅਗਰ ਐਮਐਲਏ ਖੇਲਣਗੇ ਔਰ ਮਾਈਂਡ ਸਾਡਾ ਆਊਟਸੋਰਸ ਹੋ ਜਾਏਗਾ, ਔਰ ਬਾਹਰ ਚੋਂ ਵੱਡੀਆਂ ਵੱਡੀਆਂ ਕੰਪਨੀਆਂ ਅਨਸਟਨ ਯੰਗ ਫਲਾਨਾ ਢਮਕਾਨਾ ਕਾਨੂੰਨ ਬਣਾ ਕੇ ਐਮਐਲਏ ਦੇ ਹੱਥ 'ਚ ਦੇਣਗੇ 3 ਮਿੰਟ ਪਹਿਲਾਂ, ਤੇ ਉਹ ਅੱਧੇ ਘੰਟੇ ਬਾਅਦ ਪਾਸ ਹੋ ਜਾਣਗੇ। ਤੇ ਇਹ ਬਹੁਤ ਵੱਡੀ ਤਰਾਸਦੀ ਹੈ। Therefore, ਜਿਹੜੀ ਵੀ ਡੀਸੈਂਟਰਲਾਈਜੇਸ਼ਨ ਅਸੀਂ ਕਰ ਸਕਦੇ ਹਾਂ ਉਹ ਕਰਾਂਗੇ। ਔਰ ਸਰਕਾਰ ਜਿਹੜੀ ਹੈ ਉਹ ਲੋਕਾਂ ਦੇ ਦੁਆਰ ਜਾਏਗੀ। ਇਟਸ ਅ ਵੈਰੀ ਸਿੰਪਲ ਲਾਈਨ ਬਟ ਇਟ ਸੇਜ਼ ਇਟ ਆਲ। ਮੈਂ ਇੱਕ ਮੁੱਖ ਮੰਤਰੀ ਕੋਲ ਗਿਆ ਸੀ, ਸੈਕਟਰੀਏਟ ਖਾਲੀ ਪਿਆ ਭਾਜੀ, ਤੇ ਮੈਂ ਉਹਨੂੰ ਕਿਹਾ ਮਹਾਰਾਜ ਇੱਥੇ ਤਾਂ ਕਾਮ ਬੋਲਦੇ, ਚੱਕਰ ਕੀ ਹੈ? ਉਹ ਕਹਿੰਦਾ भैया लोग सरकार के पास नहीं आते, यहाँ सरकार लोगों के पास। ऐसा फैंटास्टिक आइडिया। ਉਹਦਾ ਤਰੀਕਾ ਹੈ ਕਿ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ, ਡਿਜੀਟਲ ਪੰਜਾਬ। ਕਿਉਂ ਆਵੇ ਭਾਈ ਕੋਈ ਮਿਊਨਿਸਪੈਲਿਟੀ ਦੇ ਵਿੱਚ ਤੇ ਕਿਉਂ ਲਵੇ ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਲਾਇਸੈਂਸ, ਹਾਂਜੀ ਨਕਸ਼ੇ, ਕਿਉਂ ਧੱਕੇ ਖਾਵੇ? ਕਿਉਂ ਬੰਦਾ ਅੰਮ੍ਰਿਤਸਰੋਂ ਜਲੰਧਰੋਂ ਸਿੱਧਾ ਚੰਡੀਗੜ੍ਹ ਜਾਵੇ ਤੇ ਉੱਥੇ 3 ਕਰੋੜ ਦੇ ਕੇ CLU ਪਾਸ ਕਰਾਵੇ? ਇਹ ਕਿਉਂ ਹੈ? ਕਿਉਂ ਬੰਦਾ ਥਾਣਿਆਂ 'ਚ ਜਾ ਕੇ ਇੱਕ ਖਸਰੇ ਨੰਬਰ ਦੇ ਉੱਤੇ 4-4 ਪਲਾਟ ਵਿਕੇ ਹੋਣ ਤੇ ਉਸ ਭੰਬਲ ਭੂਸੇ 'ਚ ਪਵੇ? ਕਿਉਂ ਮਾਂ ਕਵੇ ਵੀ ਪੁੱਤਰਾ ਤਹਿਸੀਲਦਾਰ ਨਹੀਂ ਲੱਗਣਾ, ਤੂੰ ਪਟਵਾਰੀ ਲੱਗ, ਤੇਰੀ ਮੌਜ ਨਾਲੇ ਮੇਰੀ ਮੌਜ। ਕਿਉਂ ਨਾ ਪੰਜਾਬ ਦਾ ਮਾਸਟਰ ਪਲਾਨ ਖਸਰੇ ਨੰਬਰਾਂ ਦੇ ਉੱਤੇ ਪੂਰੀ ਤਰ੍ਹਾਂ ਸੁਪਰ ਇੰਪੋਜ਼ ਹੋਵੇ ਤੇ ਘਰੇ ਬੈਠ ਕੇ ਤੁਸੀਂ ਖਸਰਾ ਨੰਬਰ ਲੈ ਸਕੋ, ਆਪਣਾ ਫਰਦਾ ਲੈ ਸਕੋ, ਇੰਤਕਾਲ ਲੈ ਸਕੋ ਔਰ ਹਰ ਚੀਜ਼ ਨੂੰ ਲੈ ਸਕੋ। It's a doable thing. Almost 70% of the states in India and the world over run on digital portals. Why should an NRI come and be hassled over here? And why not sit in America, go to a single window system, and through that single window system get his policy cleared and come and invest over here? क्यों पैसे दवे, क्यों ब्यूरोक्रेसी को धक्के खावे ते क्यों अफसरशाही ਉਹਦਾ ਸਾਫਾ ਉਹਦੇ ਗਲ 'ਚ ਪਾਵੇ? Therefore, we talk of digital Punjab. And the next is the biggest point. ਪੰਜਾਬ ਦੇ ਲਾਅ ਐਂਡ ਆਰਡਰ ਦੇ ਮਸਲਿਆਂ ਨੂੰ ਛੱਡ ਕੇ ਪੰਜਾਬ ਦੇ ਹਰ ਮਸਲੇ ਦਾ ਹੱਲ ਇਨਕਮ ਹੈ। ਇਨਕਮ ਸਰਕਾਰ ਦੇ ਰਿਸੋਰਸਸ ਦੀ ਸਰਕਾਰ ਕੋਲ ਨਹੀਂ ਆਉਂਦੀ, ਨਿੱਜੀ ਜੇਬਾਂ ਜਾਂਦੀ। ਅਸੀਂ 1 ਲੱਖ ਕਰੋੜ ਰੁਪਏ ਦੀ ਐਡੀਸ਼ਨਲ ਇਨਕਮ, 1 ਲੱਖ ਕਰੋੜ ਰੁਪਏ ਦੀ। If you aim at the sun, you might hit the moon. But if you aim at the top of the tree, you'll never get off the ground. ਇਸ ਕਰਕੇ ਨਿਸ਼ਾਨਾ ਉੱਚਾ ਹੋਣਾ ਚਾਹੀਦਾ। Most failures stem from aiming too low.
ਅਸੀਂ 1 ਲੱਖ ਕਰੋੜ ਦਾ ਐਮ ਲਿਖਿਆ, ਜੇ 30,000 ਕਰੋੜ ਦੀ ਇਨਕਮ ਆਊ ਤੇ 60,000 ਹੋ ਜੂ, 40 ਆਊ ਤੇ 80 ਹੋ ਜੂ, 20 ਆਊ ਤੇ 40 ਹੋ ਜੂ। ਇਟਸ ਅ ਵੈਰੀ ਸਿੰਪਲ ਮੈਥਮੈਟਿਕਸ। ਐਂਡ ਵੈਨ ਆਈ ਟਾਕ ਆਫ ਦਿਸ, we will make corporations. साहब एक लिकर कॉर्पोरेशन ऑन द लाइंस ऑफ टैस्मैक, इको चीज शराब ऐसी है, मैं ਉਹਦੇ ਹੱਕ 'ਚ ਨਹੀਂ, ਪਰ ਜੇ ਵਿਕਦੀ ਹੈ ਤੇ ਪੈਸਾ ਸਟੇਟ ਦੇ ਖਜ਼ਾਨੇ ਜਾਣਾ ਚਾਹੀਦਾ ਹੈ। ਹੁਣ ਸ਼ਰਾਬ GST ਦੇ ਪਰਵਿਊ ਤੋਂ ਪਰੇ ਹੈ, ਇਟ ਡਸ ਨਾਟ ਕਮ ਅੰਡਰ ਦ ਪਰਵਿਊ ਆਫ GST, ਇਸ ਕਰਕੇ ਸ਼ਰਾਬ ਦੇ ਉੱਤੇ ਵੈਟ ਲੱਗ ਸਕਦਾ ਹੈ। ਇਸ ਕਰਕੇ ਸ਼ਰਾਬ ਤੋਂ ਤਾਮਿਲਨਾਡੂ 37,000 ਕਰੋੜ ਰੁਪਇਆ ਕਮਾਉਂਦਾ ਹੈ। 2002 ਦੇ ਵਿੱਚ ਉਹ 2,300 ਕਮਾਉਂਦੇ ਸੀ ਤੇ ਅਸੀਂ 2,000 ਕਰੋੜ ਕਮਾਉਂਦੇ ਸੀ, ਤੇ ਇਹਨਾਂ 20 ਸਾਲਾਂ ਦੇ ਵਿੱਚ ਉਹ 37,500 ਕਰੋੜ ਰੁਪਏ ਕਮਾਉਂਦੇ ਆ ਤੇ ਅਸੀਂ 3 ਤੋਂ 4,000 ਕਰੋੜ, ਅਸੀਂ 500 ਕਰੋੜ ਲਈ ਲੜਦੇ ਆ, ਤੇ ਉਹ 15% ਇਨਕਰੀਜ਼ ਹਰ ਸਾਲ, which means almost 2,000 crores every year, and they employ more than 50,000 people, 50,000 ਬੰਦਿਆਂ ਨੂੰ ਉਹ 300 ਕਰੋੜ ਦਿੰਦੇ ਆ। ਔਰ ਮੈਂ ਜਦੋਂ ਇਹ ਡਬਲ ਕਰਨ ਦੀ ਗੱਲ ਕਰਦਾ ਤੇ ਤੁਸੀਂ ਇਹ ਸਮਝ ਲਓ ਕਿ ਅਸੀਂ ਕਰਜ਼ਾ ਲੈ ਕੇ ਕਰਜ਼ਾ ਮੋੜ ਰਹੇ ਹਾਂ, ਫਿਰ ਉਹਦੇ ਤੇ ਸੂਦ ਮੋੜ ਰਹੇ ਹਾਂ, ਤੇ ਜਦੋਂ ਸਟੇਟ ਦੀ ਆਪਦੀ ਇਨਕਮ ਹੋਈ ਤੇ ਤੁਸੀਂ ਸੈਂਟਰ ਦੀਆਂ ਸਕੀਮਾਂ 'ਚ ਪਾਓ CSS, ਤੇ ਜੇ 40 ਪਾਓਗੇ, 40 ਕਰੋੜ ਪਾਓਗੇ ਤੇ 60 ਕਰੋੜ ਮਿਲੇਗਾ, ਤੇ ਜੇ 50-50 'ਚ ਪਾਓਗੇ ਤੇ ਤੁਸੀਂ 50 ਕਰੋੜ ਪਾਓਗੇ ਤੇ ਤੁਹਾਨੂੰ 100 ਕਰੋੜ ਮਿਲੇਗਾ। Therefore, if you have an income, state income of, let's say, 30,000 crores, करीब 20 ਤੋਂ 25,000 ਕਰੋੜ ਰੁਪਈਆ L1 ਲਾਇਸੈਂਸ ਲਾ ਲਓ, ਵੈਟ ਲਾ ਲਓ, ਤੇ ਸ਼ਰਾਬ ਦੇ ਉੱਤੇ ਕੰਟਰੋਲ ਅਗਰ ਸਟੇਟ ਦਾ ਹੋਏ ਡਿਸਟਿਲਰੀਆਂ ਤੋਂ ਸਾਰੀਆਂ, ਤੇ ਕਰੀਬ 20 ਤੋਂ 25,000 ਕਰੋੜ ਉੱਥੋਂ ਲਾਓ, 3,000 ਕਰੋੜ ਰੁਪਈਆ ਰੇਤੇ ਤੋਂ, 5,000 ਕਰੋੜ ਰੁਪਈਆ ਰੈਗੂਲੇਟਰੀ ਕਮਿਸ਼ਨ ਔਨ ਕੇਬਲ, 1,000-1,500 ਕਰੋੜ ਰੁਪਈਆ from transport. Therefore, when you look at this 30,000 crores, there is an additional 18,000 that comes from tax compliances. ਅਸੀਂ 18 ਤੋਂ 20,000 ਕਰੋੜ ਰੁਪਇਆ ਟੈਕਸ ਕੰਪਲਾਈਂਸਿਸ ਤੇ ਛੱਡਦੇ ਹਾਂ। ਹੁਣ ਜੇ ਤੁਸੀਂ ਇਹਨੂੰ 50 ਨੂੰ ਡਬਲ ਕਰਨਾ ਹੈ, 50 ਡਬਲ ਕਰ ਲਓ, 40 ਨੂੰ ਕਰਨਾ 40 ਡਬਲ ਕਰ ਲਓ, ਪਰ ਇਹ ਡਬਲ ਹੈ। ਲੇਕਿਨ ਅਸੀਂ ਕਰਜ਼ੇ ਲੈ ਕੇ ਅੱਧੇ ਤੋਂ ਵੀ ਘੱਟ ਦਿੰਦੇ ਹਾਂ, ਔਰ ਪੰਜਾਬ ਸਟੇਟ ਬੈਂਕਰਪਸੀ ਦੀ ਕਗਾਰ ਦੇ ਉੱਤੇ ਖੜਾ ਹੈ। ਹੁਣ ਇਹ ਇੱਕ ਲਿਕਰ ਕਾਰਪੋਰੇਸ਼ਨ, ਇੱਕ ਸੈਂਡ ਮਾਈਨਿੰਗ, ਇੱਕ ਲੌਂਗ ਰੂਟ ਬੱਸਸ only for PRTC and PANBUS, and will give short route permits to youth in every village. And after doing that, ਅੱਜ 3,000 ਸਾਡੇ ਕੋਲ ਪਰਮਿਟ ਹੈ ਤੇ 8,000 ਬੱਸਾਂ ਚੱਲਦੀਆਂ। ਇਹ ਕਰਨ ਦੇ ਬਾਵਜੂਦ ਸਾਡੇ ਕੋਲ 1,500 ਕਰੋੜ ਰੁਪਇਆ ਹੋਊਗਾ। ਅੱਜ ਤੋਂ ਸਾਲ ਪਹਿਲਾਂ ਤਾਂ ਲੱਖੀ ਬਣਾਉਂਦਾ ਸੀ ਟਾਈਮ ਟੇਬਲ, ਲੇਕਿਨ ਟਾਈਮ ਟੇਬਲ ਵੀ ਔਨ ਦ ਡਿਜੀਟਲ ਪੋਰਟਲ ਹੋਏਗਾ। ਤੁਸੀਂ ਬੁਕਿੰਗ ਕਰਾਉਣੀ ਹੈ, ਘਰੇ ਬੈਠੇ ਆਪਣੀ ਬੁਕਿੰਗ ਕਰਾਓ, ਬੱਸ 'ਚ ਆ ਕੇ ਸਿੱਧਾ ਚੜ੍ਹ ਜਾਓ, ਠੀਕ ਹੈ ਜੀ। ਉਸ ਤੋਂ ਬਾਅਦ ਆਊਟਡੋਰ ਐਡਵਰਟਾਈਜ਼ਿੰਗ ਪਾਲਿਸੀ, ਇਹਦਾ ਸਿੱਧਾ ਪ੍ਰਮਾਣ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਲੁਧਿਆਣੇ ਇੱਕ ਟੈਂਡਰ ਪਾਇਆ ਸੀ, 50 ਲੱਖ ਜਿੱਥੇ ਲੁਧਿਆਣਾ ਕਮਾਉਂਦਾ ਸੀ, ਪਹਿਲੇ ਸਾਲ 37 ਕਰੋੜ ਆਇਆ ਸੀ। ਤੇ ਉਹ 37 ਕਰੋੜ ਘੱਟ ਹੈ ਕਿਉਂਕਿ ਕਾਟਲ ਸੀ, ਠੇਕੇਦਾਰੀ ਸੀ। ਇਹ ਠੇਕੇਦਾਰੀ ਤੋੜਨੀ ਹੈ, ਚਾਹੇ ਸ਼ਰਾਬ 'ਚ ਹੋਵੇ ਚਾਹੇ ਸੈਂਡ 'ਚ ਹੋਵੇ, ਕਿਉਂਕਿ ਜੇ ਠੇਕੇਦਾਰੀ ਹੈ ਤੇ ਚੀਫ ਮਿਨਿਸਟਰ ਭਾਵੇਂ ਕਿੰਨਾ ਹੀ ਕਹੀ ਜੇ ਵੀ ਜੀ ਇਹ ਘਟ ਗਿਆ ਤੇ ਠੇਕੇਦਾਰ ਕਹੂਗਾ ਉਹ ਤੋਂ ਹੀ ਘਟਾ ਲਓ, ਮੇਰੇ ਕੋਲ ਤਾਂ ਸਾਲ ਦਾ ਠੇਕਾ ਹੈ। Therefore, the cartels have to be broken, and somewhere down the line, ਅਸੀਂ ਆਊਟਡੋਰ ਪਾਲਿਸੀ ਚੋਂ, ਚਾਹੇ ਉਹ ਬੱਸ ਸਟੈਂਡ ਹੋਣ, ਕੀਓਸਕਸ ਹੋਣ, ਬੱਸਾਂ ਦੇ ਪਿੱਛੇ ਜਿੱਥੇ ਇੰਡੀਵਿਜੂਅਲਸ ਦੀ ਫੋਟੋ ਲੱਗੀ ਹੁੰਦੀ ਹੈ, ਉੱਥੇ ਤੁਸੀਂ ਉਹਨੂੰ ਸੇਲ ਕਰਕੇ 1,000 ਕਰੋੜ ਰੁਪਈਆ we will get out of the outdoor advertising policy. And this is doable. What I'm saying is less, we can do more. The biggest room in this world is the room for improvement. ਅੱਗੇ ਆ ਜਾਓ ਜੀ, ਕੋਆਪਰੇਟਿਵਸ। ਕੋਆਪਰੇਟਿਵ ਚਾਹੇ ਅਮੁਲ ਦਾ ਹੋਵੇ, ਚਾਹੇ ਵੇਰਕੇ ਦਾ ਹੋਵੇ, ਛੋਟੇ ਵਪਾਰੀ ਨੂੰ, ਛੋਟੇ ਕਿਸਾਨ ਨੂੰ ਤੇ ਛੋਟੇ ਦੁੱਧ ਵੇਚਣ ਵਾਲੇ ਨੂੰ ਉਹ ਆਪਣੀ ਕੀਮਤ ਵਸੂਲ ਕਰਾ ਲੈਂਦਾ। ਚਾਹੇ ਕੋਈ 1000 ਲੀਟਰ ਦੁੱਧ ਪਾਉਂਦਾ ਹੋਵੇ, ਚਾਹੇ ਕੋਈ 2 ਲੀਟਰ ਦੁੱਧ ਪਾਉਂਦਾ ਹੋਵੇ, ਪ੍ਰਾਈਸ ਹਰੇਕ ਦੀ ਇੱਕ ਹੈ, ਚਾਹੇ ਕਿਸਾਨ ਹੋਵੇ। ਇਹ ਕੋਆਪਰੇਟਿਵਾਂ ਦੀ ਤਾਕਤ IAS ਅਫਸਰਾਂ ਦੇ ਹੱਥ 'ਚ ਦਿੱਤੀ ਹੋਈ ਹੈ, ਰਜਿਸਟਰਾਰਾਂ ਦੇ ਹੱਥ 'ਚ ਦਿੱਤੀ ਹੋਈ ਹੈ। ਸਾਡੀ ਸਰਕਾਰ ਅਗਰ ਆਉਂਦੀ ਹੈ ਤੇ ਇਹ ਸਾਰੀ ਦੀ ਸਾਰੀ ਤਾਕਤ ਜਾਂ ਕਿਸਾਨ ਕੋਲ ਹੋਏਗੀ,
ਜਾਂ ਦੁੱਧ ਵੇਚਣ ਵਾਲਿਆਂ ਕੋ ਹੋਊਗੀ, ਜਾਂ ਜਿਹੜਾ ਵੀ ਕੋਆਪਰੇਟਿਵ ਬਣਾਏਗਾ ਉਹਨਾਂ ਲੋਕਾਂ ਦੇ ਹੱਥ 'ਚ ਹੋਊਗੀ, ਬਿਊਰੋਕ੍ਰੇਸੀ ਦੇ ਹੱਥ 'ਚ, ਰਜਿਸਟਰਾਰਾਂ ਦੇ ਹੱਥ 'ਚ ਨਹੀਂ ਹੋਏਗੀ। ਦੈਟ ਆਈ ਪ੍ਰੋਮਿਸ ਯੂ। ਉਸ ਤੋਂ ਬਾਅਦ ਕੇਬਲ ਰੈਗੂਲੇਟਰੀ ਕਮਿਸ਼ਨ, ਕੇਬਲ ਦੀ ਜਿਹੜੀ ਤਾਕਤ ਹੈ ਉਹ ਇੱਕ ਬੰਦੇ ਦੇ ਕੋਲ ਮੋਨੋਪੋਲੀ ਬਣਾ ਕੇ ਦਿੱਤੀ ਹੋਈ ਹੈ, ਜੁਝਾਰ ਦੇ ਕੋਲ। ਜੁਝਾਰ ਸੁਖਬੀਰ ਦਾ ਦਲਾਲ ਹੈ, ਉਹਨੇ ਇੱਕ ਵੀ ਪੰਜੀ ਉਹਨੇ ਸਟੇਟ ਨੂੰ ਨਹੀਂ ਦਿੱਤੀ। ਉਹ ਮੋਨੋਪੋਲੀ ਬਣਾਈ ਬੈਠਾ ਹੈ, ਉਹ ਹਰੇਕ ਨੂੰ ਬਲੈਕਮੇਲ ਕਰਦਾ ਹੈ, ਵੱਡੇ ਵੱਡੇ ਚੈਨਲਾਂ ਨੂੰ ਕਹਿੰਦਾ ਓਏ ਇੰਨੇ ਕਰੋੜ ਦੇ ਦਿਓ ਨਹੀਂ ਤੇ ਕੱਟ ਦਿਆਂਗੇ ਤੁਹਾਡੀ। ਉਹ ਸਮਝਦੇ ਹੋ, ਅਸੀਂ ਉਹਦੀ ਮੋਨੋਪੋਲੀ ਤੋੜਾਂਗੇ, 5 ਤੋਂ 7 MSO ਲਿਆਵਾਂਗੇ। ਜਿੱਦਣ 5 ਤੋਂ 7 MSO ਲਿਆਂਦੇ, ਕੇਬਲ 450 ਤੋਂ ਸਿੱਧੀ 200 ਤੇ ਆ ਗਈ, ਵੱਜੇਗੀ 200 ਨਹੀਂ ਆਊਗੀ, 225 ਆ ਜਾਏਗੀ। ਕੰਪੀਟੀਸ਼ਨ ਵਿਲ ਬ੍ਰਿੰਗ ਦ ਰੇਟ ਡਾਊਨ। ਉਹ ਕਹਿੰਦਾ 10,000 ਤੋਂ 20,000 ਟੈਲੀਵਿਜ਼ਨ ਨੇ ਪੰਜਾਬ 'ਚ, ਮੈਂ ਕਹਿੰਦਾ 2 ਕਰੋੜ ਨੇ। ਹੀ ਕੰਸੀਲਸ ਇਟ, ਔਰ ਕੰਸੀਲ ਕਰਕੇ ਟੈਕਸਾਂ ਦੀ ਚੋਰੀ ਕਰਦਾ। ਮੈਂ ਲਿਆਇਆ ਸੀਗਾ ਪਾਲਿਸੀ, ਮੈਂ ਕਾਨੂੰਨ ਲਿਆਇਆ ਸੀਗਾ ਵੀ ਇਹਦੇ ਕੰਪਿਊਟਰ ਨੂੰ ਮੈਨੂੰ ਹੱਥ ਪਾਉਣ ਦਿਓ ਤੇ ਇਹਦੀਆਂ ਮੈਂ ਪਤੀੜਾਂ ਪਾ ਦੂੰ ਤੇ ਹਜ਼ਾਰਾਂ ਕਰੋੜ ਰੁਪਈਆ ਮੈਂ ਸਟੇਟ ਨੂੰ ਲਿਆ ਕੇ ਦੇ ਦੂੰਗਾ। ਉਹ ਨਹੀਂ ਹੋਣ ਦਿੱਤਾ। ਜਿਹੜਾ ਸਾਡਾ ਪੁਰਾਣਾ ਮੁੱਖ ਮੰਤਰੀ ਸੀ, ਉਹਦਾ ਪਿਆਰ ਮੁਹੱਬਤ ਸੀ ਇਹ ਜਿਹੇ ਸਾਰੇ ਲੋਕਾਂ ਨਾਲ, ਉਹਦੀ ਅੱਟੀ ਸੱਟੀ ਵੀ ਸੀ, ਉਹਦਾ 75-25 ਵੀ ਸੀ, ਇਸ ਕਰਕੇ ਉਹਨੇ ਹੋਣ ਨਹੀਂ ਦਿੱਤਾ। ਚਲੋ ਰੱਬ ਉਹਦਾ ਭਲਾ ਕਰੇ, ਵੈਸੇ ਹੋਣਾ ਹੈ। ਅੱਗੇ ਆਓ ਜੀ, ਕਿਸਾਨੀ। ਇਹ ਮੇਰੇ ਹੱਥ ਦਾ ਜਿਵੇਂ ਆਈ ਨੋ ਇਟ ਲਾਈਕ ਦ ਬੈਕ ਆਫ ਮਾਈ ਪਾਮ, ਬਿਕੋਜ਼ 17 ਸਾਲ ਇਹੀ ਸੁਪਨਾ ਜਿਉਂਦਾ ਰਿਹਾ ਮੈਂ। ਔਰ ਪਿਛਲੇ 2-3 ਸਾਲ ਤਾਂ ਜਦੋਂ ਕੈਪਟਨ ਨਾਲ ਖੜਕਦੀ ਸੀ ਤੇ ਵਿਹਲਾ ਵੀ ਰਿਹਾ, ਤੇ ਉਦੋਂ ਇਹੀ ਕੁਝ ਚੱਲਦਾ ਰਿਹਾ। ਦੇਰਫੋਰ ਇਹ ਕੰਮ ਆਏਗਾ ਬਹੁਤ। ਫਾਰਮਰਾਂ ਦੀ ਜਿੱਥੇ ਤੱਕ ਗੱਲ ਆਉਂਦੀ ਹੈ, ਅੱਜ ਪਾਰਟੀਆਂ ਕਿਸੇ ਤਾਕਤ ਲਈ ਜੂਝ ਰਹੀਆਂ ਨੇ ਕਿ ਭਾਈ ਤੁਸੀਂ ਸਾਨੂੰ ਤਾਕਤ ਦਿਓ, ਅਸੀਂ ਤੁਹਾਡਾ ਭਲਾ ਕਰਾਂਗੇ। ਭਾਈ ਸੈਂਟਰ ਵੱਲ ਕਦ ਤੱਕ ਦੇਖੀ ਜਾਵਾਂਗੇ? ਸੈਂਟਰ ਨੇ 3 ਕਾਲੇ ਕਾਨੂੰਨ ਅਗਰ ਵਾਪਸ ਵੀ ਕਰਾ ਲਏ ਤੁਸੀਂ ਗਲ 'ਚ ਅੰਗੂਠਾ ਦੇ ਕੇ, ਤੇ ਫਾਰਮਰ ਦੀ ਪੋਜੀਸ਼ਨ ਕਿੱਦਾਂ ਬਿਹਤਰ ਹੋਊਗੀ ਜੀ? ਇਸ ਤੋਂ ਪਿਛਲੇ ਸਾਲ ਜੂਨ ਦੇ ਵਿੱਚ ਆ ਕੇ ਖੜੇ ਹੋ ਗਏ। ਇੱਕ ਟਾਈਮ ਤੇ 8,000 10,000 ਖੁਦਕੁਸ਼ੀਆਂ ਹੋਈਆਂ, ਉਸ ਤੋਂ ਬਾਅਦ ਫੇਰ 10,000 ਹੋਈਆਂ। ਫਾਰਮਰ ਦੀ ਪ੍ਰੋਬਲਮ ਹੈ ਵੱਧ ਰਹੀ ਲਾਗਤ, ਘਟ ਰਹੀ ਪ੍ਰੋਡਕਟਿਵਿਟੀ ਤੇ ਘਟ ਰਹੀ ਆਮਦਨ। ਸੈਂਟਰ ਦੀਆਂ ਸਰਕਾਰਾਂ ਕਹਿੰਦੀਆਂ ਰਹੀਆਂ ਡਬਲ ਕਰ ਦਿਆਂਗੇ, ਨਹੀਂ ਹੋਈ। ਮੈਂ ਕਹਿੰਦਾ ਤੁਸੀਂ ਤਾਕਤ ਜਿਹੜੀ ਸਟੇਟ ਨੂੰ ਦਿੱਤੀ, ਉਹ ਸਟੇਟ ਦੀ ਤਾਕਤ ਫਾਰਮਰ ਨੂੰ ਕਿਵੇਂ ਬਿਹਤਰ ਕਰ ਸਕਦੀ ਹੈ, ਇਹ ਸਵਾਲ ਹੈ। What can Punjab do with the powers that people have given them? ਸਿੱਧੀ ਗੱਲ, ਪੰਜਾਬ ਸਰਕਾਰ ਅਗਰ ਕਾਂਗਰਸ ਦੀ ਸਰਕਾਰ ਆਈ, ਅਸੀਂ ਦਾਲਾਂ ਤੇ, ਆਇਲ ਸੀਡਸ ਤੇ ਮੱਕੀ ਦੇ ਉੱਤੇ ਪਨਸਬ ਪਨਗ੍ਰੇਨ ਤੇ ਮਾਰਕਫੈਟ ਤੋਂ ਪ੍ਰੋਕਿਉਰਮੈਂਟ ਕਰਾਂਗੇ ਜੀ, MSP ਦੇਾਂਗੇ ਲੀਗਲੀ ਔਰ ਠੋਕ ਕੇ ਦੇਾਂਗੇ। 75,000 ਕਰੋੜ ਰੁਪਏ ਦੇ ਆਇਲਸ, ਚਾਹੇ ਸੂਰਜਮੁਖੀ ਦਾ ਤੇਲ ਹੋਵੇ, ਚਾਹੇ ਸਰੋਂ ਦਾ ਤੇਲ ਹੋਵੇ, ਚਾਹੇ ਹੋਰ ਐਡੀਬਲ ਆਇਲਸ ਨੇ, ਇੰਡੀਅਨ ਗਵਰਨਮੈਂਟ ਇੰਪੋਰਟ ਕਰਦੀ ਹੈ। ਜੇ ਦਾਲਾਂ ਲਾ ਲਓ ਤੇ 1 ਲੱਖ ਕਰੋੜ ਰੁਪਏ ਦੀਆਂ ਦਾਲਾਂ ਤੇ ਇਹੀ ਤੇਲ ਇੰਪੋਰਟ ਹੁੰਦੇ ਆ। ਦੇਰਫੋਰ ਆਟਾ ਦਾਲ ਸਕੀਮ ਦੇ ਲਈ ਕਰੀਬ 500-700 ਕਰੋੜ ਰੁਪਏ ਦੀਆਂ ਦਾਲਾਂ ਅਸੀਂ ਇੰਪੋਰਟ ਕਰਦੇ ਹਾਂ। ਅਸੀਂ ਉਹ 500-700 ਕਰੋੜ ਰੁਪਏ ਸਾਈਡ ਤੇ ਰੱਖਾਂਗੇ। ਅਸੀਂ ਕਰਜ਼ੇ ਲੈ ਕੇ ਟਿਊਬਵੈੱਲ ਲਾਉਂਦੇ ਹਾਂ, ਪਾਣੀ ਘਟਾਉਂਦੇ ਹਾਂ, ਡਾਰਕ ਜ਼ੋਨ ਪੰਜਾਬ ਦੇ ਵਿੱਚ ਬਣਾਉਂਦੇ ਹਾਂ, ਤੇ ਪੱਲੇ ਕਿਸੇ ਦੇ ਕੁਝ ਨਹੀਂ ਪੈਂਦਾ। ਇਸ ਕਰਕੇ ਅੱਜ ਇੰਡੀਅਨ ਗਵਰਨਮੈਂਟ ਨੂੰ ਵੀ ਸਾਡੀ ਇੰਨੀ ਲੋੜ ਨਹੀਂ, ਕਿਉਂਕਿ ਉਹਨਾਂ ਨੂੰ ਸਸਤਾ ਚਾਵਲ, ਸਸਤੀ ਕਣਕ ਮੱਧ ਪ੍ਰਦੇਸ਼ ਔਰ ਹੋਰਾਂ ਥਾਵਾਂ ਤੋਂ ਮਿਲਦੀ ਹੈ। ਇਸੇ ਲਈ ਯੂਜ਼ ਔਰ ਥਰੋ ਵਾਲੀ ਪਾਲਿਸੀ ਉਹਨਾਂ ਨੇ ਸਾਡੇ ਵਾਲੇ ਪਾਸੇ ਨੂੰ ਲਿਆਂਦੀ ਹੈ। ਇਸ ਕਰਕੇ ਵੀ ਵਾਂਟ ਡਾਈਵਰਸਿਫਿਕੇਸ਼ਨ। ਤੇ ਜੇ ਚੌਲ ਉਗਾਉਣੇ ਵੀ ਨੇ ਅਸੀਂ, ਤੇ ਫਿਰ ਚੌਲ ਨਹੀਂ 8% ਖਾਂਦੇ ਹਾਂ ਅਸੀਂ ਚੌਲ ਸਿਰਫ, ਫਿਰ ਚੌਲਾਂ ਦੇ ਡੈਰੀਵੇਟਿਵ ਆਉਣਗੇ। The derivative industry in the world today is an $80 billion industry, ਜਿਹਦਾ ਪੰਜਾਬ 0.1% ਵੀ ਨਹੀਂ ਕਮਾਉਂਦਾ। 1 ਬਿਲੀਅਨ 'ਚ 100 ਕਰੋੜ ਹੁੰਦਾ। ਤੁਸੀਂ ਅੰਦਾਜ਼ਾ ਲਾਓ, $80 ਬਿਲੀਅਨ ਦੀ ਇੰਡਸਟਰੀ ਹੈ ਡੈਰੀਵੇਟਿਵ ਇੰਡਸਟਰੀ। ਮਤਲਬ
ਚੌਲਾਂ ਤੋਂ ਤੁਸੀਂ ਰਾਈਸ ਬ੍ਰੈਨ ਬਣਾਓ, ਰਾਈਸ ਪ੍ਰੋਟੀਨ ਬਣਾਓ, ਰਾਈਸ ਫੈਟ ਬਣਾਓ। ਬੜਾ ਸ਼ੁਭ ਦਿਨ ਹੈ। ਵੱਡੇ ਭਾਜੀ ਨਾਲ ਅੱਜ ਮਿਲਿਆ, ਮੇਰੀ ਦੂਸਰੀ ਮੀਟਿੰਗ ਹੋਈ ਹੈ ਔਰ ਪੰਜਾਬ ਮਾਡਲ ਨੂੰ ਆਲਮੋਸਟ ਅਨਵੇਲ ਕਰ ਚੁੱਕੇ ਹਾਂ। ਜਿਹੜਾ ਥੋੜਾ ਬਹੁਤਾ ਰਹਿੰਦਾ ਹੈ ਉਹ ਤੁਹਾਡੇ ਸਾਹਮਣੇ ਰੱਖਾਂਗੇ। We believe in vision. All men have eyes, few have the vision. And it is about the vision which makes the difference. Party with a difference is with a vision. ਝੂਠ ਵੇਚ ਕੇ, ਸੁਪਨੇ ਵੇਚ ਕੇ ਸਰਕਾਰਾਂ ਨਹੀਂ ਚੱਲ ਸਕਦੀ। ਸਕੀਮਾਂ ਤੇ ਜੁਗਾੜਾਂ ਦੇ ਨਾਲ ਸਰਕਾਰਾਂ ਨਹੀਂ ਚੱਲ ਸਕਦੀਆਂ। ਸਰਕਾਰਾਂ ਹਮੇਸ਼ਾ ਪਾਲਿਸੀ ਨਾਲ ਚੱਲਦੀਆਂ ਨੇ। ਪਾਲਿਸੀ ਵਿਦ ਬਜਟਰੀ ਐਲੋਕੇਸ਼ਨਸ, ਪਾਲਿਸੀ ਵਿਦ ਰਿਸਰਚ, ਪਾਲਿਸੀ where good intentions are executed. Therefore, I will start with governance reforms. ਇਹ ਜਿਹੜਾ ਪੰਜਾਬ ਮਾਡਲ ਹੈ, ਔਰ ਮੈਂ ਭਾਜੀ ਨਾਲ ਚੰਗੀ ਤਰ੍ਹਾਂ ਗੱਲਬਾਤ ਕੀਤੀ, ਕੁਝ ਪਹਿਲਾਂ ਦੱਸਿਆ, ਕੁਝ ਅੱਜ ਦੱਸਿਆ, ਕੁਝ ਮੈਂ ਅਨਵੇਲ ਕਰ ਚੁੱਕਿਆ। ਇਹ ਨਹੀਂ ਕਹਿੰਦਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਇੱਥੇ ਲੋਕ ਰੋਂਦੇ ਰਹਿੰਦੇ ਆ, ਨਕਾਰਾਤਮਕ ਸੋਚ ਵਾਲੇ ਹਾਏ ਦੁਹਾਈਆਂ ਪਾਉਂਦੇ ਰਹਿੰਦੇ ਆ, ਕ੍ਰਿਟਿਸਿਜ਼ਮ ਕਰਦੇ ਰਹਿੰਦੇ ਆ, ਮੁੱਦਿਆਂ ਤੋਂ ਭਟਕਾਉਂਦੇ ਰਹਿੰਦੇ ਆ ਔਰ ਕਹਿੰਦੇ ਰਹਿੰਦੇ ਆ ਖਜ਼ਾਨਾ ਖਾਲੀ ਹੈ, ਪਰ ਕੋਈ ਇਹ ਨਹੀਂ ਦੱਸਦਾ ਭਰਨਾ ਕਿਵੇਂ, ਕੋਈ ਹੱਲ ਨਹੀਂ ਦੱਸਦਾ। ਸਮੱਸਿਆ ਦੱਸਣ ਵਾਲੇ ਬੜੇ ਨੈਗੇਟਿਵ ਲੋਕ ਨੇ, ਪਰ ਸੋਲਿਊਸ਼ਨਸ is the most important thing. I know the problems and I know the solution. Therefore, this is a long drawn out 17 years of experience Punjab model. It is not my model. It is a model which belongs to every Punjabi. It is a model which, as much as it is mine, it is Jaiveer's, it is yours, it is Paji's. Therefore, the first point that out of 17 years of experience, the Congress vision has come out with is governance reforms. Giving the power of the people back to the people, honoring the spirit of the Constitution, empowering the vision of Shri Rajiv Gandhi. 12,570 ਪਿੰਡਾਂ ਦੇ ਕੋਲ 170 ਪਾਵਰਾਂ ਨੇ, 11 ਟੈਕਸਿਸ ਲੈਵੀ ਕਰਨ ਦੀਆਂ ਪਾਵਰਾਂ ਨੇ, ਉਹ ਸਾਰੀਆਂ ਪੰਚਾਇਤ ਸੈਕਟਰੀਆਂ ਕੋਲ, ਤੇ ਇੱਥੇ ਇੱਕ ਛੋਟੀ ਜੀ ਮਿਨਿਸਟਰੀ ਦੇ ਕੋਲ, ਤੇ ਉਸ ਤੋਂ ਬਾਅਦ ਇੱਕ ਮਿਨਿਸਟਰ ਦੇ ਕੋਲ, ਚੀਫ ਮਿਨਿਸਟਰ ਦੇ ਕੋਲ ਕੈਦ ਨੇ। ਅਸੀਂ ਅੱਜ ਤੱਕ ਪੰਚਾਇਤੀ ਰਾਜ ਨੂੰ ਸਵਰਾਜ ਨਹੀਂ ਦੇ ਸਕੇ। ਅਸੀਂ ਉਸ ਸੁਪਨੇ ਨੂੰ ਪੂਰਾ ਨਹੀਂ ਕਰ ਸਕੇ। ਇਟ ਇਜ਼ ਕਾਲਡ ਦੀ 73rd ਅਮੈਂਡਮੈਂਟ ਜਿਹੜੀ ਨਰਸਿਮਹਾ ਰਾਓ ਜੀ ਨੇ ਕੀਤੀ ਸੀ। The 74th amendment is municipalities. ਮੁਨਸਿਪਾਲਟੀਆਂ ਨੂੰ ਸਰਕਾਰ ਟੋਟੇ ਦੇ ਕੇ ਪਾਲਦੀ ਹੈ, ਉਹਨਾਂ ਦੀ ਆਤਮ ਨਿਰਭਰਤਾ, ਉਹਨਾਂ ਦੀ ਖੁਦ ਮੁਖਤਿਆਰੀ ਖਤਮ ਕੀਤੀ ਹੋਈ। ਸੋ when you look at the government, ਸਾਡਾ ਜਿਹੜਾ ਮਨ ਹੈ, ਸਾਡਾ ਜਿਹੜਾ ਦਿਲ ਹੈ, ਉਹ ਆਊਟਸੋਰਸ ਕਰ ਦਿੱਤਾ ਹੈ। ਸਾਡੀ ਜਿਹੜੀ ਇਕਨੋਮੀ ਹੈ ਉਹ ਠੇਕੇਦਾਰਾਂ ਦੇ ਕੋਲ ਗਿਰਵੀ ਰੱਖ ਦਿੱਤੀ ਹੈ। Punjab model changes all this with the Jitega Punjab Commission. The Jitega Punjab Commission will be the mind of the government, work as principal policy advisory and think tank on the lines of Nehru Ji's Planning Commission. Will advise each department of the government and even give policy advice to MLAs. Punjab Assembly will be convened for at least 100 days. ਪੰਜਾਬ ਦੀ ਅਸੈਂਬਲੀ ਘੱਟ ਤੋਂ ਘੱਟ ਵੀ 100 ਦਿਨ ਚੱਲੇਗੀ। ਇਹ ਨਹੀਂ ਵੀ 6 ਮਹੀਨਿਆਂ ਬਾਅਦ 2 ਦਿਨ ਚੱਲੀ, ਇੱਕ ਦਿਨ ਵਿਚਰੀ ਤੇ ਦੂਜੇ ਦਿਨ ਚੀਫ ਮਿਨਿਸਟਰ ਦੀ ਇੱਕ ਮਾੜੀ ਜਿਹੀ ਸਪੀਚ ਦਿਖਾ ਦਿੱਤੀ ਤੇ ਬਾਕੀ ਕੋਈ ਬੋਲਣ ਲੱਗਿਆ ਤੇ ਬੱਤੀ ਗੁੱਲ। ਟੀਵੀ ਹੋਏਗਾ ਇੱਕ ਸਰਕਾਰੀ, ਜਿਸ ਤਰ੍ਹਾਂ ਭਾਜੀ ਨੇ ਕਿਹਾ ਕਿ ਭਾਈ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਰਾਜ